ਪੰਚਾਇਤ ਦੇ ਫੈਸਲੇ ਨੇ ਇੱਕ 13 ਸਾਲ ਦੀ ਬੱਚੀ ਨਾਲ ਮੇਰਾ ਵਿਆਹ ਕਰ ਦਿੱਤਾ ਕਿਉਂਕਿ ਉਸ ਬੱਚੀ ਦੇ ਭਰਾ ਨੇ ਮੇਰੇ ਭਰਾ ਦਾ ਕਤਲ ਕੀਤਾ ਸੀ। ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਮੈਨੂੰ ਦੇਖ ਕੇ ਬੜੀ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ ਕਿ ਇੰਨੀ ਛੋਟੀ ਬੱਚੀ ਦੇ ਨਾਲ ਮੈਂ ਰਿਸ਼ਤਾ ਕਿੱਦਾਂ ਬਣਾ ਸਕਦਾ। ਮੈਂ ਉਸ ਨੂੰ ਕਹਿ ਦਿੱਤਾ ਕਿ ਤੂੰ ਸੋਫੇ ਤੇ ਜਾ ਕੇ ਸੋ ਜਾ, ਪਰ ਉਹ ਤਾਂ ਬਹੁਤ ਡਰੀ ਹੋਈ ਸੀ, ਇਸ ਲਈ ਉਹ ਮੇਰੇ ਨਾਲ ਚਿਪਕ ਕੇ ਸੋ ਗਈ। ਜਿੱਦਾਂ ਹੀ ਉਸ ਦਾ ਨਰਮ ਜਿਹਾ ਸਰੀਰ ਮੇਰੇ ਜਿਸਮ ਨਾਲ ਲੱਗਿਆ ਤਾਂ ਮੇਰੇ ਸਾਹ ਰੁਕ ਗਏ ਸੀ ਤੇ ਮੈਂ ਉਸ ਦੇ ਨਾਲ ਹੀ। ਮੇਰਾ ਨਾਂ ਰਵਿੰਦਰ ਹੈ, ਮੇਰੀ ਉਮਰ 21 ਸਾਲ ਹੈ। ਪਿੰਡ ਵਿੱਚ ਸਾਰੇ ਮੈਨੂੰ ਰਵੀ ਹੀ ਕਹਿੰਦੇ ਸੀ ਕਿਉਂਕਿ ਸਾਰੇ ਪਿੰਡ ਵਿੱਚ ਮੇਰਾ ਦਬਦਬਾ ਬਹੁਤ ਸੀ, ਕਿਉਂਕਿ ਮੇਰਾ ਦਾਦਾ ਇਸ ਪਿੰਡ ਦਾ ਸਰਪੰਚ ਸੀ। ਉਸ ਤੋਂ ਬਾਅਦ ਮੇਰੇ ਪਾਪਾ ਨੇ ਹੀ ਕੰਮ ਸੰਭਾਲਿਆ ਸੀ। ਸਾਡੇ ਪਿੰਡ ਵਿੱਚ ਬੜੀ ਚੜ੍ਹਾਈ ਸੀ, ਸਾਰਾ ਪਿੰਡ ਸਾਡੇ ਕੋਲੋਂ ਡਰਦਾ ਸੀ। ਮੈਂ ਇੱਦਾਂ ਦੇ ਪਿੰਡ ਨਾਲ ਸੰਬੰਧ ਰੱਖਦਾ ਸੀ ਜਿੱਥੇ ਅੱਜ ਵੀ ਲੋਕ ਪੁਰਾਣੇ ਰੀਤੀ ਰਿਵਾਜਾਂ ਨਾਲ ਜਿਉਂਦੇ ਹਨ ਤੇ ਉਸ ਦੀ ਉਹੀ ਪੁਰਾਣੀ ਪੰਚਾਇਤ ਪੁਰਾਣੀ ਪਰੰਪਰਾਵਾਂ ਦੇ ਅਨੁਸਾਰ ਫੈਸਲੇ ਕਰਨਾ ਤੇ ਸਾਡੇ ਵਰਗੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਦੇਣਾ। ਅਸੀਂ ਚਾਹੇ ਲੱਖ ਮਿੰਨਤਾਂ ਕਰੀਏ ਪਰ ਨਾ ਸਾਡੇ ਮਾਪਿਓ ਤੇ ਕੋਈ ਅਸਰ ਹੁੰਦਾ ਤੇ ਨਾ ਹੀ ਪਿੰਡ ਵਾਲਿਆਂ ਤੇ ਨਾ ਹੀ ਪੰਚਾਇਤ ਤੇ। ਇੱਦਾਂ ਹੀ ਇੱਕ ਫੈਸਲਾ ਮੇਰੇ ਸਿਰ ਤੇ ਵੀ ਠੱਪ ਦਿੱਤਾ ਗਿਆ ਜਿਸ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। 21 ਸਾਲ ਦੀ ਭਰੀ ਜਵਾਨੀ ਵਿੱਚ ਮੈਂ ਮੌਜ ਮਸਤੀ ਵਾਲਾ ਨੌਜਵਾਨ ਸੀ। ਜ਼ਿੰਦਗੀ ਨੂੰ ਮੈਂ ਅਜੇ ਜਿਉਣਾ ਸ਼ੁਰੂ ਕੀਤਾ ਸੀ। ਮੇਰੀ ਜ਼ਿੰਦਗੀ ਵਿੱਚ ਦੀਪਤੀ ਮੇਰੀ ਜਾਨ ਬਣ ਕੇ ਆਈ ਸੀ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ, ਉਹ ਵੀ ਮੈਨੂੰ ਥੋੜਾ ਪਿਆਰ ਕਰਦੀ ਸੀ। ਦੀਪਤੀ ਦੀ ਉਮਰ 19 ਸਾਲ ਦੀ ਸੀ ਤੇ ਮੈਂ 21 ਸਾਲ ਦਾ ਸੀ। ਸਾਡੇ ਲਈ ਪਿਆਰ ਦਾ ਨਵਾਂ ਅਹਿਸਾਸ ਸੀ। ਪਹਿਲਾ ਪਿਆਰ ਸੀ ਜੋ ਜਜ਼ਬਾਤਾਂ ਵਿੱਚ ਰਹਿੰਦਾ ਸੀ। ਮੈਂ ਤੇ ਦੀਪਤੀ ਇੱਕ ਦੂਜੇ ਬਿਨਾਂ ਰਹਿਣ ਬਾਰੇ ਸੋਚ ਵੀ ਨਹੀਂ ਸਕਦੇ ਸੀ। ਉਹ ਸ਼ਹਿਰ ਦੀ ਰਹਿਣ ਵਾਲੀ ਕੁੜੀ ਸੀ ਤੇ ਮੈਂ ਵੀ ਪੜ੍ਹਾਈ ਕਰਨ ਲਈ ਸ਼ਹਿਰ ਆਇਆ ਹੋਇਆ ਸੀ ਤੇ ਇੱਦਾਂ ਹੀ ਸਾਡੀ ਮੁਲਾਕਾਤ ਕਾਲਜ ਵਿੱਚ ਹੋ ਗਈ। ਅਸੀਂ ਇੱਕ ਦੂਸਰੇ ਨੂੰ ਦਿਲ ਦੇ ਬੈਠੇ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਇੱਦਾਂ ਦੇ ਵੀ ਦਿਨ ਆਉਣਗੇ ਜੋ ਸਭ ਕੁਝ ਖਤਮ ਕਰ ਦੇਣਗੇ। ਮੇਰੀਆਂ ਸਾਰੀਆਂ ਖੁਸ਼ੀਆਂ ਪੰਚਾਇਤ ਦੇ ਇੱਕ ਗਲਤ ਫੈਸਲੇ ਦੀ ਭੇਂਟ ਚੜ੍ਹ ਗਈਆਂ। ਮੈਂ ਬਹੁਤ ਹੀ ਵਧੀਆ ਜ਼ਿੰਦਗੀ ਜਿਉਂਦਾ ਸੀ, ਪਰ ਫਿਰ ਵੀ ਮੇਰੀ ਜ਼ਿੰਦਗੀ ਵਿੱਚ ਇੱਦਾਂ ਦਾ ਕੁਝ ਹੋਇਆ ਕਿ ਸਭ ਕੁਝ ਬਰਬਾਦ ਹੋ ਗਿਆ। ਉਹ ਛੋਟੀ ਜਿਹੀ ਕੁੜੀ ਮੇਰੇ ਨਾਲ ਬੈਠੀ ਸੀ, ਵਿਆਹ ਹੋ ਗਿਆ ਸੀ। ਉਹ ਛੋਟੀ ਕੁੜੀ ਆਪਣਾ ਲਹਿੰਗਾ ਫੜ ਕੇ ਬੈਠੀ ਹੋਈ ਸੀ। ਉਸ ਨੂੰ ਦੇਖ ਕੇ ਇੱਦਾਂ ਲੱਗਦਾ ਸੀ ਕਿ ਜਿੱਦਾਂ ਕੋਈ ਨਕਲੀ ਜਿਹੀ ਗੁੱਡੀਆ ਹੋਏ। ਮੈਨੂੰ ਇਹ ਸਾਰੀ ਬੇਵਕੂਫੀ ਲੱਗਦੀ ਸੀ ਤੇ ਵਾਰ-ਵਾਰ ਮੇਰਾ ਦਿਲ ਇਹੀ ਕਹਿੰਦਾ ਸੀ ਕਿ ਮੈਂ ਇਹ ਕਿੱਦਾਂ ਹੋਣ ਦਿੱਤਾ। ਮੇਰਾ ਤਾਂ ਦਿਲ ਡੁੱਬਦਾ ਜਾਂਦਾ ਸੀ ਜਦੋਂ ਮੈਨੂੰ ਦੀਪਤੀ ਦਾ ਖਿਆਲ ਆਇਆ ਕਿ ਉਹ ਤਾਂ ਮੇਰੀ ਪੂਰੀ ਦੁਨੀਆ ਹੈ। ਉਸ ਨੂੰ ਮੈਂ ਜਿੰਨਾ ਪਿਆਰ ਕਰਦਾ ਹਾਂ ਉਹ ਮੈਂ ਦੱਸ ਨਹੀਂ ਸਕਦਾ। ਜੇ ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਤਾਂ ਪੱਕਾ ਮੈਨੂੰ ਛੱਡ ਦਿੰਦੀ। ਮੈਂ ਪਿੰਡ ਆਇਆ ਹੋਇਆ ਸੀ, ਇਸ ਲਈ ਮੈਨੂੰ ਕੁਝ ਵੀ ਪਤਾ ਨਹੀਂ ਸੀ। ਕੁਝ ਮਾਮਲਾ ਤੈਅ ਹੋਣ ਤੋਂ ਬਾਅਦ ਮੇਰੀ ਮਾਂ ਉਸ ਬੱਚੀ ਨਾਲ ਗੁੱਸੇ ਹੋ ਗਈ। ਮਾਂ ਨੇ ਉਸ ਮਾਸੂਮ ਜਿਹੀ ਗੁੱਡੀ ਵਰਗੀ ਕੁੜੀ ਦਾ ਹੱਥ ਮਰੋੜਿਆ ਤੇ ਉਹ ਚੀਕ ਕੇ ਮੇਰੇ ਨਾਲ ਚਿਪਕ ਗਈ। ਅਚਾਨਕ ਹੀ ਮੇਰੇ ਅਹਿਸਾਸ ਬਦਲ ਗਏ। ਮੇਰੇ ਦਿਲ ਵਿੱਚ ਆਇਆ ਕਿ ਮੈਂ ਮਾਂ ਕੋਲੋਂ ਉਸ ਨੂੰ ਬਚਾ ਲਵਾਂ, ਪਰ ਜੇ ਮੈਂ ਇੱਦਾਂ ਕਰਦਾ ਤਾਂ ਮਾਮਲਾ ਵਿਗੜ ਜਾਣਾ ਸੀ। ਮਾਂ ਨੇ ਉਸ ਦੀ ਬਾਂਹ ਮਰੋੜੀ ਤੇ ਉਸ ਦੇ ਮਾਂ-ਬਾਪ ਨੂੰ ਕਹਿਣ ਲੱਗੀ ਕਿ ਤੂੰ ਦੇਖੀ, ਜਿਸ ਤਰ੍ਹਾਂ ਮੇਰਾ ਲਾਲ ਇਸ ਦੁਨੀਆ ਤੋਂ ਗਿਆ, ਹੁਣ ਤੇਰੀ ਕੁੜੀ ਵੀ ਉਹੀ ਸਭ ਕੁਝ ਬਰਦਾਸ਼ਤ ਕਰੇਗੀ ਤੇ ਪਲ ਪਲ ਦੇ ਲਈ ਮਰੇਗੀ। ਇਹ ਕਹਿ ਕੇ ਉਸ ਛੋਟੀ ਜਿਹੀ ਕੁੜੀ ਨੂੰ ਘੜੀਸਣ ਲੱਗੀ, ਜਦੋਂ ਕਿ ਛੋਟੀ ਕੁੜੀ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ। ਉਹ ਹੱਥ ਜੋੜ ਕੇ ਮਿੰਨਤਾਂ ਕਰ ਰਹੀ ਸੀ ਕਿ ਮੇਰੀ ਬੱਚੀ ਦਾ ਧਿਆਨ ਰੱਖਿਓ, ਬੜੀ ਨਿਆਣੀ ਜਿਹੀ ਹੈ, ਮੈਂ ਬੜੇ ਪਿਆਰ ਨਾਲ ਪਾਲਿਆ ਹੈ, ਪਲੀਜ਼ ਇਸ ਨੂੰ ਕੋਈ ਤਕਲੀਫ ਨਾ ਦਿਓ। ਪਰ ਮੇਰੀ ਮਾਂ ਤੇ ਉਹਦਾ ਕੋਈ ਅਸਰ ਨਹੀਂ ਸੀ। ਉਹ ਉਸ ਨੂੰ ਘੜੀਸਦੀ ਹੋਈ ਲਿਜਾ ਰਹੀ ਸੀ, ਪਰ ਮੈਂ ਕੁਝ ਵੀ ਨਹੀਂ ਕਰ ਸਕਦਾ ਸੀ। ਇਹ ਪੰਚਾਇਤ ਦਾ ਫੈਸਲਾ ਸੀ ਤੇ ਹਰ ਕਿਸੇ ਨੂੰ ਉਹ ਮੰਨਣਾ ਹੀ ਪੈਣਾ ਸੀ। ਮੈਂ ਇੰਨਾ ਹੈਰਾਨ ਸੀ ਕਿ ਉਸਨੇ ਮੇਰਾ ਹੱਥ ਫੜਿਆ ਹੋਇਆ ਸੀ ਤੇ ਰੋਂਦੇ ਹੋਏ ਮੈਨੂੰ ਕਹਿ ਰਹੀ ਸੀ ਕਿ ਰਵੀ, ਮੈਨੂੰ ਬਚਾ ਲੈ, ਮੈਂ ਤੇਰੀ ਘਰ ਵਾਲੀ ਹਾਂ, ਤੂੰ ਮੈਨੂੰ ਬਚਾ ਲੈ, ਕੁਝ ਤਾਂ ਕਰ, ਇਹ ਮੈਨੂੰ ਮਾਰ ਦੇਵੇਗੀ। ਉਸ ਦੀ ਆਵਾਜ਼ ਵਿੱਚ ਬਹੁਤ ਦਰਦ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਵੇਲੇ ਕੀ ਕਰਾਂ। ਮੈਂ ਆਪਣੇ ਹੱਥਾਂ ਨੂੰ ਪਿੱਛੇ ਕਰ ਲਿਆ ਤੇ ਚੁੱਪ ਕਰਕੇ ਇੱਕ ਤਮਾਸ਼ਾ ਜਿਹਾ ਬਣ ਗਿਆ ਸੀ। ਮਾਂ ਤੇ ਪਾਪਾ ਸਾਡੇ ਘਰ ਦੀਆਂ ਗੱਡੀਆਂ ਵੱਲ ਗਏ ਤੇ ਮੈਂ ਵੀ ਜਾ ਕੇ ਬੈਠ ਗਿਆ। ਥੋੜੀ ਦੇਰ ਬਾਅਦ ਗੱਡੀਆਂ ਘਰ ਵੱਲ ਨੂੰ ਤੁਰ ਪਈਆਂ। ਸਾਰੇ ਰਸਤੇ ਮਾਂ ਦੇ ਹੱਥ ਉਸ ਮਾਸੂਮ ਉੱਤੇ ਬਿਨਾਂ ਰੁਕੇ ਚੱਲਦੇ ਰਹੇ ਤੇ ਉਹ ਮਾਸੂਮ ਜਿਹੀ ਰੋਂਦੀ ਰਹੀ ਤੇ ਮੈਨੂੰ ਆਵਾਜ਼ਾਂ ਮਾਰਦੀ ਰਹੀ। ਇਹੀ ਵਜ੍ਹਾ ਸੀ ਕਿ ਮੇਰਾ ਦਿਲ ਅਜੀਬ ਹਾਲਤ ਵਿੱਚ ਸੀ।
ਮੈਂ ਕਦੀ ਕਿਸੇ ਤੇ ਇੰਨੇ ਜ਼ੁਲਮ ਨਹੀਂ ਕੀਤੇ ਸੀ, ਖਾਸ ਕਰਕੇ ਇੱਕ ਮਾਸੂਮ ਇਨਸਾਨ ਤੇ ਤਾਂ ਬਿਲਕੁਲ ਵੀ ਨਹੀਂ। ਕੁਝ ਪਲ ਬਾਅਦ ਏਦਾਂ ਹੀ ਅਸੀਂ ਘਰ ਪਹੁੰਚ ਗਏ। ਉੱਥੇ ਪਹੁੰਚਦੇ ਹੀ ਮਾਂ ਨੇ ਇੱਕ ਵਾਰ ਫਿਰ ਉਸ ਕੋਮਲ ਜਿਹੇ ਸਰੀਰ ਨੂੰ ਘੜੀਸਿਆ ਤੇ ਘਰ ਦੇ ਅੰਦਰ ਲਿਜਾ ਕੇ ਸੁੱਟ ਦਿੱਤਾ। ਪਰ ਇਸ ਵਾਰ ਮੇਰੇ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਸੀ। ਹੁਣ ਮੈਂ ਪੰਚਾਇਤ ਵਿੱਚ ਨਹੀਂ ਸੀ। ਇਹ ਸਭ ਕੁਝ ਹੁੰਦਾ ਦੇਖ ਕੇ ਬੋਲਿਆ, ਬਸ ਕਰ, ਇਨਸਾਨੀਅਤ ਵੀ ਕਿਸੇ ਚੀਜ਼ ਦਾ ਨਾਮ ਹੈ। ਉਹ ਬੱਚੀ ਵੀ ਇਨਸਾਨ ਹੈ। ਉਸਨੇ ਮੇਰੇ ਭਰਾ ਦਾ ਕਤਲ ਨਹੀਂ ਕੀਤਾ ਜੋ ਤੂੰ ਇਸ ਮਾਸੂਮ ਨੂੰ ਜ਼ੁਲਮ ਦਾ ਸ਼ਿਕਾਰ ਬਣਾ ਰਹੀ ਹੈ। ਬਸ ਹੁਣ ਤੂੰ ਇਸ ਤੇ ਹੱਥ ਨਹੀਂ ਚੁੱਕੇਗੀ। ਇਸ ਨੂੰ ਕੋਈ ਵੀ ਸਜ਼ਾ ਦੇਣ ਦਾ ਹੱਕ ਨਹੀਂ ਰੱਖਦਾ ਮੇਰੇ ਸਿਵਾਏ। ਮੈਂ ਇਸ ਦੀ ਇਜਾਜ਼ਤ ਨਹੀਂ ਦੇਵਾਂਗਾ ਕਿ ਮੇਰੀ ਘਰਵਾਲੀ ਤੇ ਕੋਈ ਹੱਥ ਚੁੱਕੇ। ਉਹ ਅਜੇ ਬਹੁਤ ਛੋਟੀ ਤੇ ਮਾਸੂਮ ਹੈ। ਤੇ ਰੱਬ ਕੋਲੋਂ ਡਰ ਕੇ ਇਹ ਕਹਿ ਕੇ ਮੈਂ ਥੱਲੇ ਝੁਕਿਆ ਤੇ ਉਸ ਪਿਆਰੀ ਜਿਹੀ ਕੁੜੀ ਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਿਆ। ਮੈਨੂੰ ਘਰ ਦੇ ਆਵਾਜ਼ਾਂ ਮਾਰਦੇ ਰਹੇ ਪਰ ਮੈਂ ਨਹੀਂ ਰੁਕਿਆ। ਸਿੱਧਾ ਉਸ ਨੂੰ ਕਮਰੇ ਵਿੱਚ ਲੈ ਆਇਆ ਸੀ। ਉਹ ਕਾਫੀ ਡਰੀ ਹੋਈ ਸੀ। ਮੈਨੂੰ ਵੀ ਡਰੀਆਂ ਹੋਈਆਂ ਨਜ਼ਰਾਂ ਨਾਲ ਦੇਖ ਰਹੀ ਸੀ। ਮੈਂ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਪਿਆਰ ਨਾਲ ਹੌਲੀ ਜਿਹੀ ਕਿਹਾ ਕਿ ਪਰੇਸ਼ਾਨ ਨਾ ਹੋ, ਹੁਣ ਤੈਨੂੰ ਕੋਈ ਨਹੀਂ ਮਾਰੇਗਾ, ਕੋਈ ਕੁਝ ਨਹੀਂ ਕਹੇਗਾ। ਬਿਨਾਂ ਜ਼ਰੂਰਤ ਦੇ ਇਸ ਕਮਰੇ ਚੋਂ ਬਾਹਰ ਨਹੀਂ ਆਉਣਾ ਚਾਹਣਾ, ਨਹੀਂ ਤਾਂ ਫਿਰ ਆਪਣੇ ਆਪ ਨੂੰ ਮਾਂ ਦੇ ਲਈ ਤਿਆਰ ਕਰ ਲਈ। ਜਦੋਂ ਕਿ ਉਹ ਡਰ ਕੇ ਇੱਕ ਪਾਸੇ ਬੈਠੀ ਸੀ, ਮੈਂ ਧਿਆਨ ਨਾਲ ਦੇਖਿਆ ਉਹ ਬਹੁਤ ਜ਼ਿਆਦਾ ਵੱਡੀ ਨਹੀਂ ਸੀ। ਮੈਂ ਉਸ ਨੂੰ ਉਸ ਦੀ ਉਮਰ ਪੁੱਛੀ ਤਾਂ ਉਸਨੇ ਦੱਸਿਆ ਕਿ ਉਹ ਅਜੇ ਮਸਾਂ 14 ਕੁ ਸਾਲ ਦੀ ਹੈ। ਇਹ ਸਭ ਕੁਝ 14 ਸਾਲ ਦੀ ਬੱਚੀ ਨਾਲ ਹੋ ਰਿਹਾ ਸੀ। ਮੈਨੂੰ ਬੜਾ ਅਫਸੋਸ ਹੋਇਆ। ਮੈਂ ਬਾਥਰੂਮ ਵਿੱਚ ਗਿਆ ਤੇ ਫਰੈਸ਼ ਹੋਇਆ। ਅਚਾਨਕ ਹੀ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਿਆਰ ਦਾ ਚਿਹਰਾ ਆਇਆ। ਜੇ ਦੀਪਤੀ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਉਹ ਕੀ ਕਰਦੀ? ਮੈਨੂੰ ਅਜੇ ਕੁਝ ਵੀ ਪਤਾ ਨਹੀਂ ਸੀ। ਮੈਂ ਛੁੱਟੀਆਂ ਕੱਟਣ ਲਈ ਇੱਥੇ ਆਇਆ ਸੀ, ਪਰ ਇੱਥੇ ਆਉਣ ਤੋਂ ਬਾਅਦ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸੀ। ਪਹਿਲੇ ਹੀ ਦਿਨ ਸਾਡੇ ਵਿਹੜੇ ਵਿੱਚ ਮੇਰੇ ਭਰਾ ਦੀ ਲਾਸ਼ ਪਈ ਸੀ ਤੇ ਜਦੋਂ ਉਸ ਦਾ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਸ ਦਾ ਕਤਲ ਉਸ ਦੇ ਸਭ ਤੋਂ ਚੰਗੇ ਦੋਸਤ ਸਤਵੀਰ ਨੇ ਕੀਤਾ ਹੈ। ਮੈਨੂੰ ਜਦੋਂ ਇਹ ਪਤਾ ਲੱਗਿਆ ਤਾਂ ਮੈਨੂੰ ਯਕੀਨ ਨਹੀਂ ਹੋਇਆ, ਕਿਉਂਕਿ ਉਹ ਦੋਨੇ ਇੱਕ ਦੂਜੇ ਤੋਂ ਜਾਨ ਵਾਰਦੇ ਸਨ। ਦੋਨਾਂ ਦਾ ਇਹੀ ਕਹਿਣਾ ਸੀ ਕਿ ਉਹ ਦੋਸਤ ਨਹੀਂ ਬਲਕਿ ਦੋ ਜਿਸਮ ਇੱਕ ਜਾਨ ਹਨ। ਇਹ ਸਭ ਮੇਰੀ ਸਮਝ ਤੋਂ ਪਰੇ ਸੀ। ਉਸ ਦਾ ਸੰਸਕਾਰ ਹੁੰਦੇ ਹੀ ਸਾਡੇ ਘਰ ਵਿੱਚ ਮਾਤਮ ਜਿਹਾ ਛਾ ਗਿਆ ਸੀ। ਮੇਰੀ ਆਪਣੇ ਭਰਾ ਦੇ ਨਾਲ ਜ਼ਿਆਦਾ ਬਣਦੀ ਤਾਂ ਨਹੀਂ ਸੀ, ਪਰ ਉਹ ਮੇਰਾ ਸਕਾ ਭਰਾ ਸੀ। ਉਸ ਦੇ ਇਸ ਦੁਨੀਆ ਤੋਂ ਜਾਣ ਦਾ ਮੈਨੂੰ ਬੜਾ ਦੁੱਖ ਸੀ। ਪਰ ਉਸ ਤੋਂ ਬਾਅਦ ਜੋ ਸ਼ਰਤ ਮਾਂ ਤੇ ਪਾਪਾ ਨੇ ਰੱਖੀ ਸੀ, ਉਹ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਸੀ। ਮੈਂ ਸਮਝਿਆ ਸੀ ਕਿ ਅਸੀਂ ਖੂਨ ਦੇ ਬਦਲੇ ਖੂਨ ਕਰਾਂਗੇ, ਜਾਂ ਫਿਰ ਉਹਨਾਂ ਤੋਂ ਪੈਸੇ ਲਵਾਂਗੇ, ਜਾਂ ਪਿੰਡੋਂ ਬਾਹਰ ਕੱਢ ਦੇਵਾਂਗੇ। ਪਰ ਮਾਂ ਤੇ ਪਾਪਾ ਨੇ ਕਿਹਾ ਸੀ ਕਿ ਅਸੀਂ ਖੂਨੀ ਵਿਆਹ ਕਰਾਂਗੇ, ਯਾਨੀ ਕਿ ਅਸੀਂ ਉਹਨਾਂ ਦੀ ਕੁੜੀ ਨੂੰ ਆਪਣੇ ਘਰ ਲਿਆਵਾਂਗੇ। ਇਹ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਸੀ, ਕਿਉਂਕਿ ਸਤਵੀਰ ਦੇ ਘਰ ਕੋਈ ਕੁੜੀ ਇਦਾਂ ਦੀ ਨਹੀਂ ਸੀ ਜਿਸ ਨੂੰ ਅਸੀਂ ਵਿਆਹ ਕੇ ਆਪਣੇ ਘਰ ਲਿਆਉਂਦੇ। ਤੇ ਫਿਰ ਉਹੀ ਹੋਇਆ ਜਿਸ ਦੀ ਉਮੀਦ ਨਹੀਂ ਸੀ। ਸਤਵੀਰ ਦੇ ਪਾਪਾ ਦੇ ਹੱਥ ਜੁੜੇ ਹੋਏ ਸੀ ਤੇ ਸਰਪੰਚ ਕੋਲ ਗੋਡਿਆਂ ਦੇ ਭਾਰ ਬੈਠ ਕੇ ਮਿੰਨਤਾਂ ਕਰ ਰਿਹਾ ਸੀ ਕਿ ਉਹ ਇਦਾਂ ਨਹੀਂ ਕਰ ਸਕਦੇ, ਉਹਨਾਂ ਦੀ ਕੁੜੀ ਬਹੁਤ ਛੋਟੀ ਹੈ। ਪਰ ਮੇਰਾ ਪਿਓ ਤਾਂ ਅੜਿਆ ਹੋਇਆ ਸੀ। ਉਸਨੇ ਸਾਫ਼ ਕਹਿ ਦਿੱਤਾ ਸੀ ਕਿ ਕੁਝ ਵੀ ਹੋਏ ਮੈਂ ਹਰ ਹਾਲ ਵਿੱਚ ਵਿਆਹ ਕਰੂੰਗਾ। ਮੇਰੇ ਇਲਾਵਾ ਕੋਈ ਦੂਸਰਾ ਭਰਾ ਨਹੀਂ ਸੀ। ਮੈਂ ਆਪਣੇ ਭਰਾ ਤੋਂ ਬਾਅਦ ਜੰਮਿਆ ਸੀ ਤੇ ਮੈਨੂੰ ਹੀ ਉਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਪੈਣਾ ਸੀ। ਤੇ ਫਿਰ ਪਾਪਾ ਦੇ ਕਹਿਣ ਦੇ ਮੁਤਾਬਿਕ ਸਤਵੀਰ ਦੀ ਛੋਟੀ ਭੈਣ ਨਾਲ ਮੇਰਾ ਵਿਆਹ ਹੋ ਗਿਆ, ਜੋ ਅਜੇ ਮਸਾਂ ਕੁ 14 ਸਾਲ ਦੀ ਸੀ। ਕਾਫੀ ਦੇਰ ਨਹਾਉਣ ਤੋਂ ਬਾਅਦ ਮੈਨੂੰ ਹੋਸ਼ ਆਈ ਤੇ ਮੈਂ ਕਮਰੇ ਵਿੱਚ ਆ ਗਿਆ। ਉਹ ਛੋਟੀ ਜਿਹੀ ਮਾਸੂਮ ਗੀਤ ਆਪਣੇ ਕੱਪੜਿਆਂ ਵਿੱਚ ਉਲਝੀ ਹੋਈ ਸੀ। ਉਸ ਨੂੰ ਦੇਖ ਕੇ ਮੈਨੂੰ ਬੜਾ ਅਫਸੋਸ ਹੋ ਰਿਹਾ ਸੀ। ਮੈਂ ਆਪਣੇ ਕੱਪੜੇ ਬਦਲੇ ਤੇ ਬੈੱਡ ਤੇ ਲੰਮਾ ਪੈ ਗਿਆ। ਕੁਝ ਹੀ ਪਲ ਬਾਅਦ ਮੈਨੂੰ ਨੀਂਦ ਆ ਗਈ। ਮੇਰੀ ਅੱਖ ਸ਼ਾਮ ਨੂੰ 5 ਵਜੇ ਖੁੱਲੀ ਸੀ। ਮੇਰੇ ਸਾਹਮਣੇ ਮਾਸੂਮ ਜਿਹੀ ਕੁੜੀ ਖੜੀ ਸੀ। ਮੈਂ ਅੱਖਾਂ ਮਲਦੇ ਹੋਏ ਉਸ ਨੂੰ ਕਿਹਾ ਕਿ ਗੀਤ ਕੀ ਹੋਇਆ, ਸਭ ਠੀਕ ਹੈ? ਉਹ ਮੇਰੇ ਵੱਲ ਦੇਖ ਕੇ ਕਹਿਣ ਲੱਗੀ ਕਿ ਰਵੀ, ਮੈਨੂੰ ਭੁੱਖ ਲੱਗੀ ਹੈ, ਸਵੇਰ ਦੀ ਰੋਟੀ ਖਾਧੀ ਹੈ, ਮੈਨੂੰ ਕੁਝ ਖਾਣ ਨੂੰ ਮਿਲ ਸਕਦਾ ਹੈ? ਉਸ ਦਾ ਲਹਿਜਾ ਬੜਾ ਮਾਸੂਮ ਜਿਹਾ ਸੀ। ਮੈਂ ਫੋਨ ਕੀਤਾ ਤੇ ਆਪਣੇ ਕਮਰੇ ਵਿੱਚ ਖਾਣਾ ਮੰਗਵਾ ਲਿਆ। ਉਸ ਨੂੰ ਹੱਥ ਮੂੰਹ ਧੋਣ ਲਈ ਕਿਹਾ ਤੇ ਮੈਂ ਵੀ ਬੈੱਡ ਤੋਂ ਉੱਠ ਕੇ ਸੋਫੇ ਤੇ ਬੈਠ ਗਿਆ। ਥੋੜੀ ਦੇਰ ਬਾਅਦ ਰੋਟੀ ਵੀ ਆ ਗਈ ਤੇ ਰੋਟੀ ਸਿਰਫ ਇੱਕ ਇਨਸਾਨ ਦੇ ਲਈ ਹੀ ਸੀ। ਮੈਂ ਉਸ ਨੌਕਰ ਵੱਲ ਦੇਖਿਆ ਤਾਂ ਉਹ ਡਰਦੇ ਹੋਏ ਕਹਿਣ ਲੱਗਿਆ ਕਿ ਮਾਂ ਜੀ ਨੇ ਕਿਹਾ ਕਿ ਸਿਰਫ ਤੁਹਾਡੇ ਲਈ ਹੀ ਰੋਟੀ ਭੇਜੀ ਜਾਵੇ, ਉਸ ਕੁੜੀ ਨੂੰ ਅਸੀਂ ਰੋਟੀ ਨਹੀਂ ਦੇਵਾਂਗੇ। ਇਹ ਸੁਣ ਕੇ ਮੈਂ ਚੁੱਪ ਹੋ ਗਿਆ। ਉਸ ਨੌਕਰ ਨੂੰ ਗੁੱਸੇ ਨਾਲ ਕਿਹਾ, ਮੈਨੂੰ ਹੁਣੇ ਦੇ ਹੁਣੇ ਦੂਜੀ ਟਰੇ ਲਿਆ ਕੇ ਦੇ, ਆਪਣੇ ਕਮਰੇ ਵਿੱਚ ਹੀ ਮੈਨੂੰ ਚਾਹੀਦੀ ਹੈ। ਜੇ ਇਹ ਨਾ ਹੋਇਆ
ਤਾਂ ਤੈਨੂੰ ਇਸੇ ਪਲ ਨੌਕਰੀ ਤੋਂ ਕੱਢ ਦੇਵਾਂਗਾ। ਜੇ ਤੈਨੂੰ ਕੋਈ ਕਹੇ ਤਾਂ ਕਹੀ ਕਿ ਮੈਂ ਮੰਗਵਾਈ ਹੈ ਉਹ ਟਰੇ। ਇਹ ਸੁਣ ਕੇ ਉਸ ਨੌਕਰ ਨੇ ਸਿਰ ਝੁਕਾਇਆ ਤੇ ਦੂਜੀ ਟਰੇ ਲੈਣ ਚਲਾ ਗਿਆ। ਉਸ ਬੱਚੀ ਨੂੰ ਮੈਂ ਰੋਟੀ ਦੇ ਦਿੱਤੀ ਤੇ ਉਹ ਰੋਟੀ ਖਾ ਰਹੀ ਸੀ। ਮੈਂ ਭੁੱਖਾ ਸੀ। ਗੀਤ ਮੇਰੇ ਕੋਲ ਆ ਕੇ ਬੈਠ ਗਈ। ਮੈਂ ਉਹਦੇ ਸਿਰ ਤੇ ਹੱਥ ਰੱਖਿਆ ਤੇ ਰੋਟੀ ਮੰਗਾਈ, ਜਦਕਿ ਉਹ ਰੋਟੀ ਖਾਣ ਵਿੱਚ ਬਿਜੀ ਸੀ। ਥੋੜੀ ਦੇਰ ਬਾਅਦ ਨੌਕਰ ਦੂਜੀ ਟਰੇ ਲੈ ਕੇ ਆ ਗਿਆ, ਜਿਸ ਨੂੰ ਦੇਖ ਕੇ ਮੈਂ ਸੁੱਖ ਦਾ ਸਾਹ ਲਿਆ। ਮੈਨੂੰ ਲੱਗਿਆ ਸੀ ਕਿ ਮਾਂ ਹੁਣ ਦੁਬਾਰਾ ਨਹੀਂ ਭੇਜੇਗੀ ਤੇ ਮੈਨੂੰ ਆਪ ਹੀ ਜਾਣਾ ਪਊਗਾ। ਮੈਂ ਵੀ ਰੋਟੀ ਖਾਣੀ ਸ਼ੁਰੂ ਕੀਤੀ ਤੇ ਥੋੜੀ ਦੇਰ ਬਾਅਦ ਉਸ ਨੂੰ ਇਹ ਸਮਝਾ ਕੇ ਬਾਹਰ ਆ ਗਿਆ ਕਿ ਕੋਈ ਵੀ ਬਾਹਰ ਆਵੇ ਤਾਂ ਦਰਵਾਜ਼ਾ ਨਹੀਂ ਖੋਲ੍ਹਣਾ, ਚਾਬੀ ਮੇਰੇ ਕੋਲ ਹੈ ਤੇ ਬਾਹਰ ਜਾਣ ਦੀ ਤੈਨੂੰ ਕੋਈ ਲੋੜ ਨਹੀਂ। ਉਸਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਮੈਂ ਬਾਹਰ ਆ ਗਿਆ। ਮਾਂ, ਪਾਪਾ ਤੇ ਚਾਚਾ ਬੈਠੇ ਗੱਲਾਂ ਕਰ ਰਹੇ ਸਨ। ਮੈਨੂੰ ਦੇਖਦੇ ਹੀ ਚਾਚਾ ਮੈਨੂੰ ਕਹਿਣ ਲੱਗੇ ਕਿ ਔਰਤ ਦਾ ਚੱਕਰ ਹਰ ਇਨਸਾਨ ਨੂੰ ਬਰਬਾਦ ਕਰ ਦਿੰਦਾ ਹੈ। ਤੂੰ ਵੀ ਇਸ ਗੱਲ ਦਾ ਖਿਆਲ ਰੱਖੀ। ਬੱਚੀ ਬਿਲਕੁਲ ਛੋਟੀ ਹੈ, ਇਸ ਲਈ ਆਪਣੇ ਤੋਂ ਦੂਰ ਰੱਖੀ। ਇਹ ਨਾ ਹੋਵੇ ਕਿ ਤੈਨੂੰ ਲੈਣੇ ਦੇ ਦੇਣੇ ਪੈ ਜਾਣ। ਜਦਕਿ ਮੈਂ ਗੁੱਸਾ ਜਿਹਾ ਕੀਤਾ ਤੇ ਉਸ ਦੀ ਗੱਲ ਦਾ ਮਤਲਬ ਵੀ ਮੈਂ ਸਮਝ ਗਿਆ ਸੀ ਤੇ ਦਿਲ ਕਰਦਾ ਸੀ ਕਿ ਉਸ ਨੂੰ ਹੁਣੇ ਹੀ ਜਵਾਬ ਦੇ ਦੇਵਾਂ, ਪਰ ਮੇਰੀ ਇਦਾਂ ਦੀ ਆਦਤ ਨਹੀਂ ਸੀ। ਇਸ ਲਈ ਮੈਂ ਚੁੱਪ ਕਰਕੇ ਬਾਹਰ ਚਲਾ ਗਿਆ। ਮੇਰਾ ਇਰਾਦਾ ਸਰਪੰਚ ਦੇ ਕੋਲ ਜਾਣ ਦਾ ਸੀ। ਮੈਂ ਉਸ ਨੂੰ ਮਨਾਉਣਾ ਚਾਹੁੰਦਾ ਸੀ ਕਿ ਉਹ ਆਪਣੇ ਫੈਸਲਾ ਵਾਪਸ ਲੈ ਲਵੇ, ਇਸ ਬੱਚੀ ਨੂੰ ਉਸਦੇ ਮਾਂ-ਪਿਓ ਦੇ ਹਵਾਲੇ ਕਰ ਦੇਵੇ। ਮੈਂ ਉਸ ਨੂੰ ਤਲਾਕ ਦੇਣ ਲਈ ਤਿਆਰ ਸੀ। ਇਸ ਤਰ੍ਹਾਂ ਮੈਂ ਇੱਕ ਛੋਟੀ ਜਿਹੀ ਬੱਚੀ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਪਰ ਇਹ ਵੀ ਬੇਕਾਰ ਸਾਬਤ ਹੋਇਆ ਕਿ ਸਰਪੰਚ ਸਾਹਿਬ ਦਾ ਕਹਿਣਾ ਸੀ ਕਿ ਇਹ ਸਾਡੇ ਪਿੰਡ ਦੀ ਰੀਤ ਹੈ। ਮੇਰੀ ਉਮਰ ਅਜੇ 21 ਸਾਲ ਦੀ ਹੈ, ਜਦੋਂ ਕਿ ਉਹ ਮਸਾਂ 14 ਸਾਲ ਦੀ ਸੀ। ਉਸਦਾ ਤੇ ਮੇਰਾ ਕੋਈ ਜੋੜ ਹੀ ਨਹੀਂ ਸੀ। ਮੈਂ ਚੁੱਪ ਕਰਕੇ ਘਰ ਫਿਰ ਵਾਪਸ ਆ ਗਿਆ ਤੇ ਆਪਣੇ ਕਮਰੇ ਵਿੱਚ ਜਾਣ ਲੱਗਾ, ਪਰ ਮੇਰੀ ਨਜ਼ਰ ਰਸੋਈ ਵਿੱਚ ਪਈ ਤਾਂ ਮੈਂ ਦੇਖ ਕੇ ਡਰ ਗਿਆ। ਮੇਰੀ ਮਾਂ ਉਸ ਮਾਸੂਮ ਬੱਚੀ ਦੇ ਹੱਥ ਤਵੇ ਤੇ ਰੱਖ ਕੇ ਖੜੀ ਸੀ ਤੇ ਗੁੱਸੇ ਨਾਲ ਕਹਿ ਰਹੀ ਸੀ ਕਿ ਤੇਰੇ ਭਰਾ ਨੇ ਮੇਰੇ ਮੁੰਡੇ ਦਾ ਕਤਲ ਕੀਤਾ ਹੈ। ਤੈਨੂੰ ਤਾਂ ਐਦਾਂ ਦੀ ਮੌਤ ਮਾਰੂੰਗੀ ਕਿ ਤੇਰੇ ਮਾਂ-ਪਿਓ ਵੀ ਤੇਰੀ ਲਾਸ਼ ਨੂੰ ਦੇਖ ਕੇ ਤੜਫ ਜਾਣਗੇ, ਜਿੱਦਾਂ ਅਸੀਂ ਆਪਣੇ ਮੁੰਡੇ ਨੂੰ ਦੇਖ ਕੇ ਤੜਫੇ ਸੀ। ਮੈਂ ਫਟਾਫਟ ਉਹਨਾਂ ਦੇ ਕੋਲ ਗਿਆ ਤੇ ਗੀਤ ਨੂੰ ਪਿੱਛੇ ਕੀਤਾ। ਮਾਂ ਨੂੰ ਗੁੱਸੇ ਨਾਲ ਕਿਹਾ ਕਿ ਤੂੰ ਪਾਗਲ ਹੋ ਗਈ ਹੈ, ਤੇਰੇ 'ਚੋਂ ਇਨਸਾਨੀਅਤ ਖਤਮ ਹੋ ਗਈ ਹੈ। ਮੈਂ ਮੰਨਦਾ ਹਾਂ ਕਿ ਸਤਵੀਰ ਨੇ ਗਲਤ ਕੀਤਾ ਤੇ ਇਸ ਦੀ ਸਜ਼ਾ ਉਸ ਨੂੰ ਜ਼ਰੂਰ ਮਿਲੇਗੀ, ਪਰ ਇਸ ਵਿੱਚ ਇਸ ਮਾਸੂਮ ਦਾ ਕੀ ਕਸੂਰ ਹੈ? ਮੇਰੀ ਮਾਂ ਗੁੱਸੇ ਨਾਲ ਕਹਿਣ ਲੱਗੀ ਕਿ ਤੂੰ ਇਸ ਦਾ ਸਾਥ ਦਿੰਦਾ ਹੈ ਕਿਉਂਕਿ ਤੂੰ ਇਸ ਨੂੰ ਆਪਣੀ ਘਰਵਾਲੀ ਕਹਿੰਦਾ ਹੈ। ਇਹ ਕੁੜੀ ਖੂਨ ਦਾ ਵਿਆਹ ਕਰਕੇ ਆਈ ਹੈ ਤੇ ਇਸ ਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਮੈਂ ਇਸ ਨੂੰ ਜਾਨੋਂ ਮਾਰ ਦੇਵਾਂਗੀ ਤੇ ਫਿਰ ਇਸ ਦੀ ਲਾਸ਼ ਨੂੰ ਉਹਨਾਂ ਦਰਿੰਦਿਆਂ ਦੇ ਵਿਹੜੇ ਵਿੱਚ ਸੁੱਟ ਕੇ ਆਉਂਗੀ। ਮੇਰੇ ਮੁੰਡੇ ਦੇ ਨਾਲ ਜੋ ਕੁਝ ਹੋਇਆ ਉਸ ਦੇ ਲਈ ਮੈਂ ਮਾਫ ਨਹੀਂ ਕਰ ਸਕਦੀ। ਤੂੰ ਇੱਥੇ ਨਹੀਂ ਰਹਿੰਦਾ ਸੀ, ਤੈਨੂੰ ਆਪਣੇ ਭਰਾ ਨਾਲ ਕੋਈ ਪਿਆਰ ਨਹੀਂ ਸੀ, ਪਰ ਉਹ ਮੇਰੇ ਸਰੀਰ ਦਾ ਹਿੱਸਾ ਸੀ, ਮੇਰੀ ਜ਼ਿੰਦਗੀ ਦਾ ਸ਼ਰਮਾਇਆ ਸੀ ਤੇ ਇਹਨਾਂ ਜ਼ਾਲਮਾਂ ਨੇ ਮੇਰੇ ਪੁੱਤ ਨੂੰ ਮਾਰ ਦਿੱਤਾ। ਤਾਂ ਫਿਰ ਮੈਂ ਉਹਨਾਂ ਤੇ ਤਰਸ ਕਿਉਂ ਕਰਾਂ? ਉਹ ਬਦਹਵਾਸੀ ਦੀ ਹਾਲਤ ਵਿੱਚ ਬੋਲਦੀ ਜਾ ਰਹੀ ਸੀ। ਮੈਂ ਕਿਸੇ ਤਰ੍ਹਾਂ ਬਸ ਗੀਤ ਨੂੰ ਬਚਾਉਣਾ ਚਾਹੁੰਦਾ ਸੀ ਤੇ ਉਸਦੇ ਹੌਂਕੇ ਮੇਰੇ ਕੰਨਾਂ ਵਿੱਚ ਗੂੰਜ ਰਹੇ ਸਨ। ਪੱਕਾ ਉਸ ਨੂੰ ਬੜੀ ਤਕਲੀਫ ਹੋ ਰਹੀ ਸੀ। ਮੈਂ ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਨੂੰ ਅਹਿਸਾਸ ਦਿਵਾਉਣਾ ਚਾਹੁੰਦਾ ਸੀ ਕਿ ਸਭ ਗਲਤ ਹੈ, ਕਿਸੇ ਮਜ਼ਲੂਮ ਦੇ ਨਾਲ ਜ਼ੁਲਮ ਨਹੀਂ ਕਰਨ ਦਿੱਤਾ, ਕਿਉਂਕਿ ਰੱਬ ਇੱਦਾਂ ਦਿਆਂ ਨੂੰ ਪਸੰਦ ਨਹੀਂ ਕਰਦਾ ਤੇ ਉਸ ਦੀ ਰੱਸੀ ਖਿੱਚੀ ਜਾਂਦੀ ਹੈ। ਫਿਰ ਉਹਨਾਂ ਦੇ ਨਾਲ ਜੋ ਹੁੰਦਾ ਹੈ ਉਹ ਬਹੁਤ ਮਾੜਾ ਹੁੰਦਾ ਹੈ। ਪਰ ਮੇਰੀ ਮਾਂ ਨੇ ਇਹ ਸਭ ਨਹੀਂ ਸੁਣਿਆ। ਉਸਨੇ ਕਿਸੇ ਤਰ੍ਹਾਂ ਗੀਤ ਤੱਕ ਪਹੁੰਚਣਾ ਸੀ, ਜੋ ਉਸ ਦੀ ਪਹੁੰਚ ਤੋਂ ਦੂਰ ਖੜੀ ਸੀ। ਮੈਂ ਉਸ ਨੂੰ ਦੂਰ ਕੀਤਾ ਤੇ ਗੀਤ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਆਇਆ। ਉੱਥੇ ਬੈਠ ਕੇ ਉਸ ਦੇ ਹੱਥ ਤੇ ਦਵਾਈ ਲਗਾਈ ਤੇ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਮੈਂ ਮਨਾ ਕੀਤਾ ਸੀ ਨਾ ਕਿ ਤੈਨੂੰ ਕਮਰੇ 'ਚੋਂ ਬਾਹਰ ਨਹੀਂ ਆਉਣਾ, ਪਰ ਤੈਨੂੰ ਸਮਝ ਕਿਉਂ ਨਹੀਂ ਆਈ? ਦੇਖ ਕਿੰਨਾ ਨੁਕਸਾਨ ਹੋ ਗਿਆ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ, ਰਵੀ ਜੀ, ਕਮਰੇ ਦਾ ਦਰਵਾਜ਼ਾ ਤੁਹਾਡੀ ਮਾਂ ਨੇ ਬੜੀ ਜ਼ੋਰ ਨਾਲ ਖੜਕਾਇਆ ਸੀ। ਮੈਂ ਘਬਰਾ ਗਈ ਸੀ। ਮੈਨੂੰ ਲੱਗਿਆ ਕਿ ਕੁਝ ਹੋ ਗਿਆ ਹੈ। ਮੈਨੂੰ ਤੁਹਾਡੀ ਫਿਕਰ ਸੀਗੀ ਕਿਤੇ ਤੁਹਾਨੂੰ ਕੁਝ ਨਾ ਹੋ ਜਾਵੇ, ਇਸ ਲਈ ਦਰਵਾਜ਼ਾ ਖੋਲ੍ਹ ਦਿੱਤਾ। ਮੈਨੂੰ ਕੀ ਪਤਾ ਸੀ ਕਿ ਉਹ ਮੈਨੂੰ ਮਾਰਨ ਲਈ ਦਰਵਾਜ਼ਾ ਖੜਕਾ ਰਹੀ ਹੈ। ਮੈਨੂੰ ਮਾਫ ਕਰ ਦਿਓ, ਅੱਗੇ ਤੋਂ ਐਦਾਂ ਦੀ ਗਲਤੀ ਨਹੀਂ ਕਰੂੰਗੀ। ਉਹ ਬੜੀ ਮਾਸੂਮ ਜਿਹੀ ਸੀ, ਜਦੋਂ ਕਿ ਮੇਰਾ ਤਾਂ ਮਨ ਭਰ ਗਿਆ ਸੀ ਕਿ ਇੰਨੀ ਛੋਟੀ ਬੱਚੀ ਦੇ ਨਾਲ ਇਹ ਹੋਣਾ ਸਹੀ ਨਹੀਂ ਸੀ। ਮੇਰਾ ਦਿਲ ਟਿਕਦਾ ਹੀ ਨਹੀਂ ਸੀ। ਮੈਂ ਉਸ ਨੂੰ ਬੈੱਡ ਤੇ ਲੰਬੇ ਪਾ ਦਿੱਤਾ ਤੇ ਸੌਣ ਲਈ ਕਿਹਾ, ਜਦ ਕਿ ਮੈਂ ਆਪਣੀ ਬਾਲਕਨੀ ਵਿੱਚ ਜਾ ਕੇ ਸਿਗਰਟ ਪੀਣ ਲੱਗਾ। ਮੇਰੀਆਂ ਸੋਚਾਂ ਵਿੱਚ ਦੀਪਤੀ ਸੀ। ਮੈਨੂੰ ਕਿਸੇ ਤਰ੍ਹਾਂ ਉਸ ਨੂੰ ਇਹ ਦੱਸਣਾ ਸੀ, ਪਰ ਆਉਂਦੇ ਹੀ ਮੇਰਾ ਫੋਨ ਗਵਾਚ ਗਿਆ ਸੀ, ਜਿਸ ਕਰਕੇ ਦੀਪਤੀ ਨਾਲ ਕੋਈ ਗੱਲ ਹੀ ਨਹੀਂ ਹੁੰਦੀ ਸੀ।
ਜੇ ਮੈਂ ਵਾਪਸ ਸ਼ਹਿਰ ਜਾਂਦਾ ਤਾਂ ਪਿੱਛੋਂ ਗੀਤ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ। ਉਸ 'ਤੇ ਇੰਨੇ ਜ਼ੁਲਮ ਹੁੰਦੇ ਸੀ ਕਿ ਕੋਈ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੇਰੇ ਕੋਲ ਕੋਈ ਰਸਤਾ ਹੀ ਨਹੀਂ ਬਚਿਆ ਸੀ। ਇੱਦਾਂ ਮਹਿਸੂਸ ਹੁੰਦਾ ਸੀ ਕਿ ਮੈਂ ਇੱਦਾਂ ਦੀ ਬੇੜੀ ਵਿੱਚ ਸਵਾਰ ਹਾਂ ਜਿਸ ਦੇ ਦੋਨੇ ਪਾਸੇ ਪਾਣੀ ਹੀ ਪਾਣੀ ਹੈ ਤੇ ਕਿਨਾਰਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਕਾਫੀ ਦੇਰ ਸਿਗਰਟ ਪੀਣ ਤੋਂ ਬਾਅਦ ਮੇਰੇ ਦਿਮਾਗ ਵਿੱਚ ਗੁੱਸਾ ਕੰਟਰੋਲ ਹੀ ਨਹੀਂ ਹੋ ਰਿਹਾ ਸੀ। ਮੈਂ ਥੱਕ ਕੇ ਕਮਰੇ ਵਿੱਚ ਆਇਆ। ਰਾਤ ਨੂੰ ਇਕੱਲਾ ਕਮਰੇ ਵਿੱਚ ਸੀ ਤੇ ਸੋਚ ਕੇ ਮੇਰਾ ਮਨ ਬਹਿਕਣ ਲੱਗ ਪਿਆ। ਭਾਵੇਂ ਹੀ ਉਹ ਘੱਟ ਉਮਰ ਦੀ ਸੀ, ਪਰ ਸੀ ਤਾਂ ਮੇਰੀ ਘਰਵਾਲੀ ਹੀ। ਮੈਂ ਫਟਾਫਟ ਆਪਣੇ ਆਪ ਨੂੰ ਸੰਭਾਲਿਆ ਕਿਉਂਕਿ ਅਜੇ ਉਹ ਬਹੁਤ ਛੋਟੀ ਸੀ। ਮੈਂ ਉਸ ਦੇ ਨਾਲ ਇੱਦਾਂ ਦਾ ਕੁਝ ਨਹੀਂ ਕਰਨਾ ਚਾਹੁੰਦਾ ਸੀ ਕਿ ਬਾਅਦ ਵਿੱਚ ਮੈਨੂੰ ਪਛਤਾਵਾ ਹੋਵੇ। ਮੈਂ ਫਿਰ ਚੁੱਪ ਕਰਕੇ ਕਮਰੇ ਤੋਂ ਬਾਹਰ ਆ ਗਿਆ ਕਿਉਂਕਿ ਜੇ ਮੈਂ ਕਮਰੇ ਵਿੱਚ ਰਹਿੰਦਾ ਤਾਂ ਮੇਰੇ ਵਿੱਚ ਉਹ ਬੰਦਾ ਜਾਗ ਜਾਣਾ ਸੀ ਜਿਸ ਨੂੰ ਇਨਸਾਨੀਅਤ ਦਾ ਪਤਾ ਹੀ ਨਹੀਂ ਹੁੰਦਾ। ਬਸ ਇੱਕ ਔਰਤ ਚਾਹੀਦੀ ਹੁੰਦੀ ਹੈ ਜਿਸ ਤੇ ਉਹ ਆਪਣਾ ਗੁੱਸਾ ਕੱਢ ਸਕੇ। ਮੈਂ ਇੱਦਾਂ ਦੀ ਹਰਕਤ ਕਰਕੇ ਆਪਣੇ ਆਪ ਨੂੰ ਕੋਈ ਤਕਲੀਫ ਨਹੀਂ ਦੇਣਾ ਚਾਹੁੰਦਾ ਸੀ। ਥੋੜੀ ਦੇਰ ਬਾਅਦ ਮੇਰੇ ਬਰਾਬਰ ਆ ਕੇ ਮੇਰੇ ਪਾਪਾ ਬੈਠ ਗਏ। ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਹੋਇਆ। ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਹਿਣ ਲੱਗੇ, ਰਵੀ, ਤੂੰ ਮੇਰੇ ਲਈ ਬਹੁਤ ਅਹਿਮੀਅਤ ਰੱਖਦਾ ਹੈ। ਹੁਣ ਤੂੰ ਹੀ ਮੇਰਾ ਸਹਾਰਾ ਹੈ, ਮੇਰੀ ਜਾਇਦਾਦ ਦਾ ਇਕੱਲਾ ਵਾਰਿਸ ਹੈ। ਪਰ ਤੂੰ ਜੋ ਹਰਕਤ ਕਰਦਾ ਹੈ ਉਹ ਮੈਨੂੰ ਚੰਗੀ ਨਹੀਂ ਲੱਗਦੀ। ਮੇਰਾ ਭਰਾ, ਉਹਨਾਂ ਦੇ ਬੱਚੇ, ਮੇਰੀਆਂ ਭੈਣਾਂ ਤੇ ਉਹਨਾਂ ਦੇ ਵੀ ਬੱਚੇ ਹਨ। ਜੇ ਤੇਰਾ ਇਹੀ ਤੌਰ ਤਰੀਕਾ ਰਿਹਾ ਤਾਂ ਮੈਂ ਸਾਰੀ ਜਾਇਦਾਦ ਆਪਣੇ ਭੈਣ ਭਰਾਵਾਂ ਦੇ ਬੱਚਿਆਂ ਨੂੰ ਦੇ ਦੂੰਗਾ। ਮੈਨੂੰ ਇਹ ਕਰਦੇ ਹੋਏ ਤਰਸ ਨਹੀਂ ਆਵੇਗਾ। ਮੇਰਾ ਸਭ ਕੁਝ ਮੇਰਾ ਵੱਡਾ ਮੁੰਡਾ ਸੀ ਜੋ ਮੇਰੀ ਇਸ ਦੁਨੀਆ ਵਿੱਚ ਮੈਨੂੰ ਇਕੱਲਾ ਛੱਡ ਕੇ ਚਲਾ ਗਿਆ। ਇਸ ਲਈ ਹੁਣ ਮੈਨੂੰ ਇਹ ਸਭ ਕੁਝ ਕਰਦੇ ਹੋਏ ਫਰਕ ਨਹੀਂ ਪੈਂਦਾ। ਉਸ ਦੀਆਂ ਗੱਲਾਂ ਸੁਣ ਕੇ ਮੈਂ ਵੀ ਹੈਰਾਨ ਸੀ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਪਾਪਾ ਇਦਾਂ ਦੀਆਂ ਗੱਲਾਂ ਕਿਉਂ ਕਰ ਰਹੇ ਹਨ। ਉਹ ਤਾਂ ਕਾਫੀ ਸਮਝਦਾਰ ਸੀ, ਹਰ ਮਾਮਲੇ ਨੂੰ ਬੜੇ ਆਰਾਮ ਨਾਲ ਸੁਲਝਾਉਣ ਵਾਲੇ ਸੀ। ਫਿਰ ਕੀ, ਉਹ ਮੈਨੂੰ ਪੈਸਿਆਂ ਦਾ ਲਾਲਚ ਦੇ ਰਹੇ ਸਨ। ਮੈਂ ਫਟਾਫਟ ਉਹਨਾਂ ਤੋਂ ਦੂਰ ਹੋਇਆ ਤੇ ਉਹਨਾਂ ਵੱਲ ਦੇਖਦੇ ਹੋਏ ਕਿਹਾ ਕਿ ਜੇ ਤੁਸੀਂ ਮੈਨੂੰ ਘਰੋਂ ਕੱਢਣਾ ਹੈ ਤਾਂ ਮੈਂ ਨਿਕਲ ਜਾਊਂਗਾ, ਪਰ ਮੈਨੂੰ ਪਤਾ ਹੈ ਕਿ ਤੁਸੀਂ ਇਦਾਂ ਕਦੇ ਨਹੀਂ ਕਰੋਗੇ। ਉਹ ਅੰਦਰ ਬੈਠੀ ਛੋਟੀ ਕੁੜੀ ਤੇ ਮੈਂ ਇਦਾਂ ਦੀ ਕੋਈ ਹਰਕਤ ਨਹੀਂ ਕਰਨਾ ਚਾਹੁੰਦਾ ਕਿ ਰੱਬ ਨੂੰ ਮੂੰਹ ਨਾ ਦਿਖਾ ਸਕਾਂ। ਇਸ ਲਈ ਰੱਬ ਦਾ ਵਾਸਤਾ ਮੈਨੂੰ ਮਜਬੂਰ ਨਾ ਕਰੋ, ਕਿਉਂਕਿ ਮੈਂ ਸੋਚ ਲਿਆ ਕਿ ਮੈਂ ਉਸ ਦੀ ਉਮਰ ਦਾ ਲਿਹਾਜ਼ ਕਰੂੰਗਾ, ਖਾਸ ਕਰਕੇ ਤੁਹਾਨੂੰ ਤੇ ਮਾਂ ਨੂੰ। ਜੇ ਤੁਹਾਡਾ ਦਿਲ ਕਰਦਾ ਹੈ ਤਾਂ ਮੈਂ ਇਹ ਘਰ ਛੱਡ ਕੇ ਚਲਾ ਜਾਊਂਗਾ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਰੱਬ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਹੈ ਕਿ ਮੈਂ ਇਕੱਲਾ ਸਭ ਕੁਝ ਕਰ ਸਕਦਾ ਹਾਂ। ਮੇਰਾ ਇਹ ਕਹਿਣ ਦਾ ਮਤਲਬ ਉਹਨਾਂ ਦਾ ਦਿਲ ਦੁਖਾਉਣਾ ਨਹੀਂ ਸੀ, ਪਰ ਜਿਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਸਨ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਸਨ। ਜਦ ਕਿ ਉਹ ਮੈਨੂੰ ਦੇਖਦੇ ਹੋਏ ਫਟਾਫਟ ਕਹਿਣ ਲੱਗੇ ਕਿ ਤੈਨੂੰ ਇਸ ਕੁੜੀ ਵਿੱਚ ਕੀ ਦਿਖਦਾ ਹੈ? ਤੂੰ ਕਿਉਂ ਭੁੱਲ ਰਿਹਾ ਹੈ ਕਿ ਉਹ ਤੇਰੇ ਭਰਾ ਦੇ ਕਾਤਲ ਦੇ ਘਰੋਂ ਆਈ ਹੈ? ਜਦ ਕਿ ਮੈਂ ਸਿਰ ਨੂੰ ਨਾ ਵਿੱਚ ਹਿਲਾਇਆ ਤੇ ਸਿਰਫ ਇੰਨਾ ਹੀ ਕਿਹਾ ਕਿ ਪਾਪਾ, ਸੱਚ ਇਹ ਹੈ ਕਿ ਉਹ ਉਹਨਾਂ ਦੇ ਖਾਨਦਾਨ ਨਾਲ ਸੰਬੰਧ ਰੱਖਦੀ ਹੈ, ਪਰ ਉਸ ਬੱਚੀ ਨੇ ਕੁਝ ਨਹੀਂ ਕੀਤਾ, ਇਸ ਲਈ ਮੈਂ ਉਸ ਨਾਲ ਗਲਤ ਨਹੀਂ ਹੋਣ ਦੇ ਸਕਦਾ। ਰੱਬ ਦਾ ਵਾਸਤਾ ਉਸ ਮਾਸੂਮ ਨੂੰ ਬਖਸ਼ ਦਿਓ। ਇਹ ਨਾ ਭੁੱਲੋ ਕਿ ਉਹ ਛੋਟੀ ਹੈ ਤਾਂ ਕੁਝ ਕਰ ਨਹੀਂ ਸਕਦੀ। ਇੱਕ ਦਿਨ ਇੱਦਾਂ ਦਾ ਜ਼ਰੂਰ ਆਵੇਗਾ ਕਿ ਉਹ ਸਭ ਕੁਝ ਕਰ ਦਿਖਾਵੇਗੀ ਜੋ ਕੋਈ ਨਹੀਂ ਕਰ ਸਕਿਆ। ਮੈਂ ਇੱਕ ਵਾਰ ਬੋਲ ਕੇ ਖੜਾ ਹੋ ਗਿਆ ਤੇ ਕਮਰੇ ਵਿੱਚ ਆ ਕੇ ਦਰਵਾਜ਼ਾ ਬੰਦ ਕਰ ਲਿਆ। ਮੈਨੂੰ ਪਤਾ ਸੀ ਕਿ ਮੇਰੇ ਲਈ ਇਸ ਕਮਰੇ ਵਿੱਚ ਰਹਿਣਾ ਠੀਕ ਨਹੀਂ। ਮੈਂ ਸਿੱਧਾ ਬੈੱਡ ਤੇ ਜਾ ਕੇ ਲੰਮੇ ਪੈ ਗਿਆ। ਮੇਰੇ ਬਰਾਬਰ ਹੀ ਉਹ ਸੁੱਤੀ ਪਈ ਸੀ। ਮੈਂ ਉਸਦੇ ਵੱਲ ਨੂੰ ਪਾਸਾ ਪਲਟ ਲਿਆ ਸੀ ਤੇ ਮੇਰੀਆਂ ਸੋਚਾਂ ਵਿੱਚ ਅਜੇ ਵੀ ਦੀਪਤੀ ਸੀ। ਮੈਂ ਉਸ ਨੂੰ ਯਾਦ ਕਰਦਾ ਸੀ। ਮੈਨੂੰ ਚੈਨ ਨਹੀਂ ਆਉਂਦੀ ਸੀ। ਮੈਂ ਕੀ ਕਰਾਂ, ਕਿਸ ਤਰ੍ਹਾਂ ਉਸ ਨਾਲ ਗੱਲ ਕਰਾਂ? ਮੈਨੂੰ ਕੁਝ ਨਹੀਂ ਪਤਾ ਸੀ। ਇਹੀ ਸੋਚਦੇ ਸੋਚਦੇ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ। ਅਗਲੀ ਸਵੇਰ ਮੇਰੇ ਲਈ ਵਧੀਆ ਸਾਬਤ ਨਹੀਂ ਹੋਈ। ਖਿਆਲ ਵਿੱਚ ਹੀ ਨਹੀਂ ਆਇਆ ਸੀ ਕਿ ਅੱਜ ਮੇਰੇ ਨਾਲ ਇੱਦਾਂ ਵੀ ਹੋ ਸਕਦਾ ਹੈ। ਮੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ, ਕਿਉਂਕਿ ਸਵੇਰ ਦੇ 10 ਵਜੇ ਸਾਡੇ ਘਰ ਵਿੱਚ ਇੱਕ ਕੁੜੀ ਆਈ। ਉਹ ਕੁੜੀ ਕੋਈ ਹੋਰ ਨਹੀਂ ਬਲਕਿ ਦੀਪਤੀ ਹੀ ਸੀ। ਮੈਨੂੰ ਲੱਭਦੇ ਲੱਭਦੇ ਪਿੰਡ ਪਹੁੰਚ ਗਈ ਸੀ। ਸਿੱਧਾ ਮਾਂ ਦੇ ਕੋਲ ਜਾ ਕੇ ਆਪਣੇ ਬਾਰੇ ਦੱਸਿਆ ਤੇ ਮੇਰੇ ਘਰ ਵਾਲੇ ਦੀਪਤੀ ਨੂੰ ਜਾਣਦੇ ਵੀ ਸੀ ਕਿ ਇਹ ਉਹਨਾਂ ਦੀ ਖਾਨਦਾਨੀ ਨੂੰਹ ਹੋਣ ਵਾਲੀ ਹੈ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਚਾਚਾ ਅੱਜ ਕੀ ਕਰੇ। ਉਹ ਸਾਡੇ ਘਰ ਵਿੱਚ ਆ ਗਿਆ ਤੇ ਉਸਨੇ ਫਟਾਫਟ ਦੀਪਤੀ ਨੂੰ ਸਭ ਕੁਝ ਦੱਸ ਦਿੱਤਾ ਤੇ ਨਾਲ ਇਹ ਵੀ ਦੱਸਿਆ ਕਿ ਮੈਂ ਉਸ ਬੱਚੀ ਦਾ ਬੜਾ ਧਿਆਨ ਰੱਖਦਾ ਹਾਂ, ਕਿਉਂਕਿ ਉਹ ਮੇਰੀ ਘਰ ਵਾਲੀ ਹੈ ਤੇ ਮੈਂ ਉਸ ਨੂੰ ਪਿਆਰ ਕਰਦਾ ਹਾਂ। ਪਰ ਇਹ ਸੱਚ ਨਹੀਂ ਸੀ। ਮੈਂ ਇਹ ਸਭ ਕੁਝ ਸਿਰਫ ਇਨਸਾਨੀਅਤ ਦੇ ਨਾਤੇ ਕਰਦਾ ਸੀ। ਇੱਕ ਬੰਦੇ ਨੇ ਮੈਨੂੰ ਆ ਕੇ ਦੱਸਿਆ ਤੇ ਮੈਂ ਫਟਾਫਟ ਥੱਲੇ ਭੱਜਿਆ, ਜਦੋਂ ਕਿ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੈਨੂੰ ਹੈਰਾਨੀ ਜਿਹੀ ਹੋਈ। ਦੀਪਤੀ ਫਟੀਆਂ ਅੱਖਾਂ ਨਾਲ ਚਾਚੇ ਵੱਲ ਦੇਖ ਰਹੀ ਸੀ,
ਜਦਕਿ ਮੈਂ ਦੀਪਤੀ ਨੂੰ ਬੇਯਕੀਨੀ ਨਾਲ ਦੇਖੀ ਅੰਦਰੋਂ ਅੰਦਰੀ ਟੁੱਟ ਰਿਹਾ ਸੀ। ਉਸ ਨੂੰ ਜਿੱਦਾਂ ਹੀ ਮੇਰੇ ਆਉਣ ਦਾ ਅਹਿਸਾਸ ਹੋਇਆ, ਉਸਨੇ ਮੈਨੂੰ ਦੇਖਿਆ ਤੇ ਉਸ ਦੀਆਂ ਅੱਖਾਂ ਵਿੱਚ ਕੁਝ ਨਹੀਂ ਸੀ, ਪਰ ਦਿਲ ਟੁੱਟਣ ਦਾ ਦਰਦ, ਤਕਲੀਫ ਦੇ ਹੰਝੂ, ਪਿਆਰ ਦੇ ਖਤਮ ਹੋ ਜਾਣ ਦਾ ਡਰ। ਜਦੋਂ ਕਿ ਮੇਰੀ ਹਾਲਤ ਵੀ ਇਦਾਂ ਦੀ ਸੀ। ਉਹ ਮੇਰੇ ਵੱਲ ਆਈ ਸੀ। ਅਸੀਂ ਦੋਨੇ ਇੱਕ ਦੂਜੇ ਦੇ ਬਹੁਤ ਕਲੋਜ਼ ਸੀ। ਉਹ ਮੇਰੀਆਂ ਅੱਖਾਂ ਵਿੱਚ ਦੇਖਦੇ ਹੋਏ ਕਹਿਣ ਲੱਗੀ, ਰਵੀ, ਕੀ ਇਹ ਸਭ ਸੱਚ ਹੈ ਕਿ ਤੂੰ ਇੱਕ 14 ਸਾਲ ਦੀ ਕੁੜੀ ਨਾਲ ਵਿਆਹ ਕਰ ਲਿਆ ਤੇ ਤੂੰ ਉਸ ਨੂੰ ਆਪਣੀ ਘਰਵਾਲੀ ਕਹਿ ਕੇ ਰੱਖ ਰਿਹਾ ਹੈ? ਕੀ ਸੱਚਮੁੱਚ ਤੈਨੂੰ ਉਸ ਨਾਲ ਪਿਆਰ ਹੋ ਗਿਆ ਹੈ? ਮੈਂ ਫਟਾਫਟ ਨਾਂ ਵਿੱਚ ਸਿਰ ਹਿਲਾ ਕੇ ਕਿਹਾ ਕਿ ਇਹ ਸਭ ਝੂਠ ਹੈ, ਇਹ ਸੱਚ ਨਹੀਂ ਹੈ। ਸੱਚ ਤਾਂ ਇਹ ਹੈ ਕਿ ਮੇਰਾ ਤਾਂ ਉਸ ਦੇ ਨਾਲ ਵਿਆਹ ਹੋਇਆ ਹੈ। ਮੈਂ ਅਜੇ ਕੋਈ ਹੋਰ ਗੱਲ ਕਰਦਾ, ਇਸ ਤੋਂ ਪਹਿਲਾਂ ਹੀ ਉਸਨੇ ਮੈਨੂੰ ਥੱਪੜ ਮਾਰ ਦਿੱਤਾ। ਉਸ ਦੀਆਂ ਅੱਖਾਂ ਵਿੱਚ ਬੇਯਕੀਨੀ ਸੀ ਜਾਂ ਫਿਰ ਕਿਸੇ ਚੀਜ਼ ਦਾ ਡਰ ਨਹੀਂ ਸੀ। ਉਹ ਗੁੱਸੇ ਨਾਲ ਕਹਿਣ ਲੱਗੀ ਕਿ ਤਾਂ ਫਿਰ ਮੇਰੇ ਤੇ ਤੇਰੇ ਰਸਤੇ ਅਲੱਗ ਹੋ ਗਏ। ਤੂੰ ਆਪਣੀ ਜ਼ਿੰਦਗੀ ਉਸ 14 ਸਾਲ ਦੀ ਬੱਚੀ ਨਾਲ ਗੁਜ਼ਾਰ, ਮੈਂ ਆਪਣੀ ਜ਼ਿੰਦਗੀ ਆਪਣੇ ਮਾਂ-ਪਿਓ ਦੇ ਦੱਸੇ ਹੋਏ ਮੁੰਡੇ ਨਾਲ ਗੁਜ਼ਾਰ ਲਵਾਂਗੀ। ਮੈਂ ਤੈਨੂੰ ਇਹੀ ਦੱਸਣ ਆਈ ਹਾਂ ਕਿ ਮੇਰੇ ਮਾਂ-ਪਿਓ ਮੇਰਾ ਰਿਸ਼ਤਾ ਪੱਕਾ ਕਰ ਰਹੇ ਹਨ ਤੇ ਤੂੰ ਕੁਝ ਕਰ, ਮੇਰੇ ਲਈ ਰਿਸ਼ਤਾ ਲੈ ਕੇ ਆ। ਪਰ ਤੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਹੈ ਤਾਂ ਖੁਸ਼ ਰਹਿ, ਤਾਂ ਕਿ ਮੈਂ ਵੀ ਖੁਸ਼ ਰਹਿ ਸਕਾਂ। ਫਿਰ ਉਹ ਇੱਕ ਪਲ ਵੀ ਨਹੀਂ ਰੁਕੀ ਤੇ ਮੈਨੂੰ ਵੀ ਕਾਸੇ ਜੋਗਾ ਨਹੀਂ ਛੱਡਿਆ ਸੀ। ਮੈਂ ਉਸਦੇ ਪਿੱਛੇ ਤੱਕ ਭੱਜਿਆ ਸੀ। ਨਾ ਉਸਨੇ ਰੁਕਣਾ ਸੀ ਤੇ ਨਾ ਹੀ ਉਹ ਰੁਕੀ। ਮੇਰੀ ਮਾਂ ਗੁੱਸੇ ਨਾਲ ਚਾਚੇ ਨੂੰ ਦੇਖ ਰਹੀ ਸੀ। ਉਹ ਮੈਨੂੰ ਮੁਸਕਰਾ ਕੇ ਦੇਖ ਰਿਹਾ ਸੀ। ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਪਾਗਲ ਹੋ ਗਿਆ। ਮੈਂ ਉਸ ਨੂੰ ਗਲੇ ਤੋਂ ਫੜ ਲਿਆ। ਮੈਂ ਰੋ ਰਿਹਾ ਸੀ ਕਿ ਅੱਜ ਮੇਰਾ ਪਿਆਰ ਮੇਰੇ ਤੋਂ ਦੂਰ ਹੋ ਗਿਆ। ਮੈਂ ਕਾਲਜ ਦੇ ਟਾਈਮ ਤੋਂ ਹੀ ਦੀਪਤੀ ਨੂੰ ਚਾਹੁੰਦਾ ਸੀ ਤੇ ਅੱਜ ਜਦੋਂ ਉਹ ਮੇਰੇ ਤੋਂ ਵੱਖ ਹੋਈ ਤਾਂ ਮੇਰੀ ਰੂਹ ਕੰਬ ਗਈ ਸੀ। ਚਾਚਾ, ਮਾਂ ਤੇ ਪਾਪਾ ਸਾਰੇ ਹੈਰਾਨ ਸਨ। ਮੈਂ ਇਹ ਕੀ ਕਰ ਰਿਹਾ ਹਾਂ? ਪਾਪਾ ਨੇ ਮੈਨੂੰ ਚਾਚੇ ਤੋਂ ਦੂਰ ਕੀਤਾ ਤਾਂ ਗੁੱਸੇ ਨਾਲ ਮੈਂ ਪਾਗਲ ਹੁੰਦਾ ਹੋਇਆ ਉਸ ਨੂੰ ਕਿਹਾ ਕਿ ਨਿਕਲ ਜਾ ਸਾਡੇ ਘਰੋਂ। ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਤੂੰ ਸਾਡੇ ਘਰ ਵਿੱਚ ਨਹੀਂ ਵੜਨਾ। ਤੂੰ ਇਨਸਾਨ ਨਹੀਂ ਬਲਕਿ ਇਨਸਾਨ ਦੇ ਰੂਪ ਵਿੱਚ ਹੈਵਾਨ ਹੈ, ਜਿਸ ਨੂੰ ਪਿਆਰ ਤੇ ਇਨਸਾਨੀਅਤ ਦਾ ਕੁਝ ਵੀ ਨਹੀਂ ਪਤਾ। ਅੱਜ ਮੈਨੂੰ ਅਫਸੋਸ ਹੋ ਰਿਹਾ ਸੀ ਕਿ ਮੇਰੀ ਦੀਪਤੀ ਮੇਰੇ ਕਰਮਾਂ ਵਿੱਚ ਨਹੀਂ। ਮੈਂ ਰੋਂਦਾ ਹੋਇਆ ਆਪਣੇ ਕਮਰੇ ਵਿੱਚ ਆ ਕੇ ਬੈਠ ਗਿਆ ਸੀ। ਬੈੱਡ ਤੇ ਬੈਠਾ ਰੋ ਰਿਹਾ ਸੀ। ਅਚਾਨਕ ਮੈਨੂੰ ਆਪਣੇ ਸਿਰ ਤੇ ਕਿਸੇ ਦਾ ਹੱਥ ਮਹਿਸੂਸ ਹੋਇਆ। ਮੈਂ ਫਟਾਫਟ ਅੱਖਾਂ ਖੋਲੀਆਂ ਤਾਂ ਗੀਤ ਮੇਰੇ ਸਿਰ ਨੂੰ ਘੁੱਟ ਰਹੀ ਸੀ। ਉਹ ਮੈਨੂੰ ਕਹਿਣ ਲੱਗੀ ਕਿ ਰਵੀ ਜੀ, ਮੈਂ ਤੁਹਾਡਾ ਸਿਰ ਘੁੱਟ ਦਿੰਦੀ ਹਾਂ, ਪੱਕਾ ਤੁਹਾਡੇ ਸਿਰ ਵਿੱਚ ਦਰਦ ਹੁੰਦਾ ਹੋਵੇਗਾ। ਮੈਂ ਉਹਦੇ ਹੱਥ ਪਿੱਛੇ ਕਰਦੇ ਹੋਏ ਕਿਹਾ ਕਿ ਨਹੀਂ, ਤੂੰ ਆਰਾਮ ਕਰ, ਮੈਨੂੰ ਦਰਦ ਨਹੀਂ ਹੋ ਰਿਹਾ ਹੈ। ਮੈਂ ਸਮਝਿਆ ਸੀ ਕਿ ਉਹ ਮੇਰੇ ਕੋਲੋਂ ਉੱਠ ਕੇ ਸੋਫੇ ਤੇ ਚਲੀ ਜਾਵੇਗੀ, ਪਰ ਅਚਾਨਕ ਉਸਨੇ ਮੇਰੇ ਹੱਥ ਕੁੱਟਣੇ ਸ਼ੁਰੂ ਕਰ ਦਿੱਤੇ। ਮੈਂ ਉਸ ਨੂੰ ਦੇਖ ਰਿਹਾ ਸੀ। ਉਹ ਮਾਸੂਮ ਜਿਹੀ ਕਹਿਣ ਲੱਗੀ ਕਿ ਫਿਰ ਤੁਹਾਡੇ ਹੱਥ ਹੀ ਕੁੱਟ ਦਿੰਦੀ ਹਾਂ, ਤੁਸੀਂ ਤਾਂ ਰੋ ਰਹੇ ਹੋ, ਤੁਹਾਨੂੰ ਦਰਦ ਹੋ ਰਿਹਾ ਹੈ। ਮੈਨੂੰ ਉਸ ਦੀ ਮਾਸੂਮੀਅਤ ਤੇ ਬੜਾ ਪਿਆਰ ਆਇਆ, ਪਰ ਮੈਂ ਨਾ ਵਿੱਚ ਸਿਰ ਹਿਲਾ ਕੇ ਕਿਹਾ ਕਿ ਨਹੀਂ, ਮੇਰੇ ਹੱਥਾਂ ਪੈਰਾਂ ਵਿੱਚ ਦਰਦ ਨਹੀਂ ਹੈ, ਮੈਨੂੰ ਇਕੱਲਾ ਰਹਿਣ ਦੇ। ਗੀਤ, ਤੂੰ ਉੱਧਰ ਜਾ ਕੇ ਬੈਠ ਜਾ। ਪਰ ਅਚਾਨਕ ਹੀ ਉਹ ਹੋਇਆ ਜਿਸ ਦੀ ਮੈਂ ਉਮੀਦ ਵੀ ਨਹੀਂ ਕਰ ਸਕਦਾ ਸੀ। ਸੋਚਿਆ ਹੀ ਨਹੀਂ ਸੀ ਕਿ ਉਹ ਮੇਰੇ ਗਲੇ ਲੱਗ ਗਈ। ਕਹਿਣ ਲੱਗੀ ਕਿ ਪੱਕਾ ਤੁਹਾਨੂੰ ਤਕਲੀਫ ਹੁੰਦੀ ਹੈ। ਮੇਰੀ ਮਾਂ ਕਹਿੰਦੀ ਹੈ ਕਿ ਜਦੋਂ ਘਰ ਵਾਲਾ ਤਕਲੀਫ ਵਿੱਚ ਹੋਵੇ ਉਹਦੇ ਸੀਨੇ ਲੱਗ ਜਾਣਾ ਚਾਹੀਦਾ ਹੈ ਤੇ ਉਹ ਆਪਣੇ ਸਾਰੇ ਦੁੱਖ ਭੁੱਲ ਜਾਂਦਾ ਹੈ। ਤੇ ਤੁਸੀਂ ਤਾਂ ਮੇਰੇ ਪਿਆਰੇ ਘਰ ਵਾਲੇ ਹੋ, ਮੈਂ ਤੁਹਾਨੂੰ ਇਸ ਤਰ੍ਹਾਂ ਤਕਲੀਫ ਵਿੱਚ ਨਹੀਂ ਦੇਖ ਸਕਦੀ। ਤੁਸੀਂ ਤਾਂ ਮੇਰੇ ਪਿਆਰੇ ਘਰ ਵਾਲੇ। ਇਹ ਸੁਣਦੇ ਹੀ ਮੈਨੂੰ ਪਤਾ ਨਹੀਂ ਕੀ ਹੋ ਗਿਆ। ਮੈਂ ਘੁੱਟ ਕੇ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਰੋਣ ਲੱਗ ਪਿਆ। ਮੈਂ ਆਪਣਾ ਗਮ ਉਹਦੇ ਨਾਲ ਲੱਗ ਕੇ ਕੱਢਣ ਲੱਗਾ। ਇੰਨਾ ਤਾਂ ਮੈਂ ਆਪਣੇ ਭਰਾ ਦੀ ਮੌਤ ਤੇ ਨਹੀਂ ਰੋਇਆ ਸੀ। ਅੱਜ ਜਦੋਂ ਦੀਪਤੀ ਮੈਨੂੰ ਛੱਡ ਕੇ ਗਈ ਸੀ ਤਾਂ ਮੈਂ ਹੌਂਕਿਆਂ ਨਾਲ ਉੱਚੀ ਉੱਚੀ ਰੋ ਰਿਹਾ ਸੀ, ਜਦੋਂ ਕਿ ਮੈਂ ਹੈਰਾਨ ਸੀ ਕਿ ਇਸ ਛੋਟੀ ਜਿਹੀ ਬੱਚੀ ਨੇ ਮੈਨੂੰ ਇੱਦਾਂ ਸੰਭਾਲਿਆ ਸੀ ਜਿੱਦਾਂ ਕੋਈ ਬਹੁਤ ਹੀ ਸਮਝਦਾਰ ਕੁੜੀ ਹੋਵੇ। ਫਿਰ ਸਮਾਂ ਲੰਘਦਾ ਗਿਆ ਤੇ ਉਹ ਸਾਡੇ ਨਾਲ ਰਹਿਣ ਲੱਗ ਪਈ। ਪਹਿਲਾਂ ਤਾਂ ਉਹ ਮੇਰੇ ਕਮਰੇ ਤੱਕ ਹੀ ਰਹਿੰਦੀ ਸੀ, ਪਰ ਹੌਲੀ-ਹੌਲੀ ਫਿਰ ਉਸਨੇ ਸਾਰੇ ਘਰ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ। ਉਹ ਇੰਨੀ ਚੰਗੀ ਸੀ ਕਿ ਉਸਨੇ ਕੁਝ ਹੀ ਦਿਨਾਂ ਵਿੱਚ ਮਾਂ ਤੇ ਪਾਪਾ ਦਾ ਦਿਲ ਜਿੱਤ ਲਿਆ ਸੀ। ਮੈਂ ਰੋਜ਼ ਕੰਮ ਕਰਕੇ ਘਰੋਂ ਚਲਾ ਜਾਂਦਾ ਸੀ। ਜਦੋਂ ਮੈਂ ਇੱਕ ਦਿਨ ਘਰ ਆਇਆ ਤਾਂ ਮੇਰੇ ਪਾਪਾ ਨਾਲ ਬੈਠ ਕੇ ਉਹ ਗੱਲਾਂ ਕਰ ਰਹੇ ਸੀ। ਮੈਂ ਹੈਰਾਨ ਰਹਿ ਗਿਆ ਕਿ ਇਹ ਉਹੀ ਬੰਦਾ ਹੈ ਜੋ ਮੈਨੂੰ ਕਹਿੰਦਾ ਸੀ ਕਿ ਤੂੰ ਉਸ ਮਾਸੂਮ ਬੱਚੀ ਤੇ ਜ਼ੁਲਮ ਕਰ, ਤੇ ਅੱਜ ਉਸ ਨੂੰ ਗੀਤ ਦੇ ਨਾਲ ਗੱਲਾਂ ਕਰਦੇ ਹੋਏ ਦੇਖ ਕੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ। ਮੇਰੀ ਮਾਂ ਵੀ ਉਸ ਨੂੰ ਪਿਆਰ ਨਾਲ ਬੁਲਾ ਰਹੀ ਸੀ। ਮੈਂ ਬੜਾ ਹੈਰਾਨ ਸੀ ਤੇ ਮੈਂ ਵੀ ਉਸ ਦੇ ਨਾਲ ਜਾ ਕੇ ਬੈਠ ਗਿਆ। ਗੀਤ ਫਟਾਫਟ ਭੱਜ ਕੇ ਮੇਰੇ ਕੋਲ ਆਈ ਤੇ ਮੈਨੂੰ ਦੱਸਣ ਲੱਗੀ ਕਿ ਅੱਜ ਉਸਨੇ ਕੀ ਕੀਤਾ। ਮੇਰੇ ਮਾਪਿਓ ਬਾਹਰ ਬੈਠੇ ਸਨ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ
ਉਹਨਾਂ ਕੋਲ ਸੱਪ ਕਿੱਦਾਂ ਆ ਗਿਆ। ਦੋਨਾਂ ਨੂੰ ਹੀ ਪਤਾ ਨਹੀਂ ਲੱਗਿਆ। ਗੀਤ ਮੇਰੇ ਕਮਰੇ ਤੋਂ ਬਾਹਰ ਖੜੀ ਦੇਖ ਰਹੀ ਸੀ ਤਾਂ ਜਦੋਂ ਗੀਤ ਦੀ ਨਜ਼ਰ ਮੇਰੇ ਮਾਂ-ਪਿਓ ਵੱਲ ਗਈ ਤਾਂ ਉਸਨੇ ਸੱਪ ਨੂੰ ਥੱਲੇ ਦੇਖਿਆ ਤਾਂ ਹੇਠਾਂ ਆ ਕੇ ਉਸਨੇ ਸੱਪ ਨੂੰ ਮਾਰ ਦਿੱਤਾ। ਇਹੀ ਇੱਕ ਪਲ ਸੀ ਜਿਸ ਕਰਕੇ ਉਹ ਮੇਰੇ ਮਾਂ-ਬਾਪਾ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਗਈ। ਜੋ ਬੰਦਾ ਪਹਿਲਾਂ ਉਸ ਤੇ ਇੰਨਾ ਜ਼ੁਲਮ ਕਰਦਾ ਸੀ ਤੇ ਅੱਜ ਉਹ ਸਭ ਕੁਝ ਆਪਣੇ ਤੇ ਜਦੋਂ ਤਕਲੀਫ ਆਈ ਤਾਂ ਉਹ ਭੁੱਲ ਗਏ ਸੀ। ਹੁਣ ਮੈਨੂੰ ਸਕੂਨ ਜਿਹਾ ਸੀ ਕਿਉਂਕਿ ਹੁਣ ਗੀਤ ਦੇ ਨਾਲ ਕੁਝ ਵੀ ਗਲਤ ਨਹੀਂ ਹੁੰਦਾ। ਮੈਂ ਸਤਵੀਰ ਨਾਲ ਇਕੱਲਾ ਮੁਲਾਕਾਤ ਕਰਦਾ ਸੀ। ਅਸੀਂ ਦੋਨੋਂ ਮਿਲ ਕੇ ਉਸ ਕਾਤਲ ਦਾ ਵੀ ਪਤਾ ਕਰ ਰਹੇ ਸੀ ਜਿਸ ਨੇ ਮੇਰੇ ਭਰਾ ਨੂੰ ਮਾਰਿਆ ਸੀ, ਕਿਉਂਕਿ ਸਤਵੀਰ ਨੇ ਦੱਸਿਆ ਸੀ ਕਿ ਉਹ ਕਾਤਲ ਨਹੀਂ ਹੈ। ਉਸਨੇ ਕੁਝ ਨਹੀਂ ਕੀਤਾ ਕਿਉਂਕਿ ਉਹ ਮੇਰਾ ਵੀ ਭਰਾ ਸੀ ਤੇ ਮੈਂ ਉਸਦਾ ਕਤਲ ਨਹੀਂ ਕਰ ਸਕਦਾ। ਜਦੋਂ ਕਿ ਮੈਂ ਫਟਾਫਟ ਸਤਵੀਰ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਕਿਉਂਕਿ ਮੈਂ ਵਾਕਿਆ ਹੀ ਉਹਨਾਂ ਦੋਨਾਂ ਦੀ ਦੋਸਤੀ ਨੂੰ ਜਾਣਦਾ ਵੀ ਸੀ। ਮੈਨੂੰ ਗੀਤ ਵੱਲੋਂ ਕੋਈ ਪਰੇਸ਼ਾਨੀ ਨਹੀਂ ਸੀ। ਹੌਲੀ-ਹੌਲੀ ਸਾਰੀਆਂ ਚੀਜ਼ਾਂ ਸਹੀ ਹੋਣ ਲੱਗ ਪਈਆਂ। ਪਰ ਜੇ ਕੁਝ ਗਲਤ ਸੀ ਤਾਂ ਸਿਰਫ ਮੇਰੀ ਜ਼ਿੰਦਗੀ ਸੀ। ਮੇਰਾ ਪਿਆਰ ਮੇਰੀ ਜ਼ਿੰਦਗੀ ਤੋਂ ਦੂਰ ਹੋ ਗਿਆ ਸੀ। ਮੈਂ ਇੱਕ ਵਾਰ ਪਿੰਡ ਤੋਂ ਸ਼ਹਿਰ ਗਿਆ ਇੱਕ ਉਮੀਦ ਨਾਲ ਕਿ ਦੀਪਤੀ ਨੂੰ ਮਨਾ ਲਵਾਂਗਾ, ਪਰ ਇੱਕ ਵਾਰ ਫਿਰ ਉੱਥੇ ਜਾ ਕੇ ਮੈਂ ਟੁੱਟ ਗਿਆ। ਉਸਦਾ ਵਿਆਹ ਉਸਦੇ ਮਾਂ-ਪਿਓ ਦੀ ਪਸੰਦ ਨਾਲ ਹੋਇਆ ਸੀ। ਮੈਨੂੰ ਉਸ ਰਾਤ ਗੀਤ ਨੇ ਹੀ ਸੰਭਾਲਿਆ ਸੀ। ਉਹ ਛੋਟੀ ਸੀ ਪਰ ਉਸਦੀ ਸਮਝ ਇੱਕ ਵੱਡੀ ਕੁੜੀ ਵਰਗੀ ਸੀ। ਮੈਂ ਆਪਣੇ ਲਈ ਕੁਝ ਵੱਡਾ ਹੀ ਸੋਚਿਆ ਸੀ। ਮੈਂ ਉੱਥੇ ਜਾਣਾ ਚਾਹੁੰਦਾ ਸੀ ਪਰ ਮੈਨੂੰ ਕੁਝ ਚੰਗਾ ਨਹੀਂ ਲੱਗਦਾ ਸੀ। ਪਰ ਇਹ ਮੇਰੀ ਜ਼ਿੰਦਗੀ ਦਾ ਸਵਾਲ ਸੀ। ਜੇ ਮੈਂ ਇੱਥੇ ਰਹਿੰਦਾ ਤਾਂ ਕਦੇ ਵੀ ਆਪਣੇ ਆਪ ਨੂੰ ਕੁਝ ਬਣਾ ਨਾ ਸਕਦਾ। ਇਸ ਲਈ ਇਸ ਸਭ ਤੋਂ ਪਹਿਲਾਂ ਮੈਂ ਆਪਣੇ ਭਰਾ ਦੇ ਕਾਤਲ ਨੂੰ ਫੜਿਆ ਜੋ ਸਾਡੇ ਦੂਜੇ ਪਿੰਡ ਦਾ ਬੰਦਾ ਸੀ, ਜਿਸ ਨੇ ਇੱਕ ਦਿਨ ਮੇਰੇ ਭਰਾ ਨਾਲ ਲੜਾਈ ਕੀਤੀ ਸੀ ਤੇ ਦੁਸ਼ਮਣ ਸਮਝ ਕੇ ਇਹ ਕੰਮ ਕਰ ਦਿੱਤਾ ਸੀ। ਉਸ ਤੋਂ ਬਾਅਦ ਮੈਂ ਅਮਰੀਕਾ ਜਾਣ ਬਾਰੇ ਸੋਚਿਆ। ਉੱਥੇ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਸੀ। ਮੇਰੇ ਜਾਣ ਦੀ ਗੱਲ ਸੁਣ ਕੇ ਗੀਤ ਬਹੁਤ ਰੋਈ ਸੀ। ਉਹ ਰੋਂਦੀ ਰੋਂਦੀ ਮੇਰੇ ਸੀਨੇ ਨਾਲ ਲੱਗੀ, ਕਹਿਣ ਲੱਗੀ, ਰਵੀ ਪਲੀਜ਼ ਮੈਨੂੰ ਛੱਡ ਕੇ ਨਾ ਜਾ, ਮੈਂ ਤੇਰੇ ਬਿਨਾਂ ਕਿੱਦਾਂ ਰਹਾਂਗੀ। ਉਸਦੇ ਮੇਰੇ ਸੀਨੇ ਨਾਲ ਲੱਗਣ ਨਾਲ ਮੇਰੇ ਜਜ਼ਬਾਤ ਮਚਲ ਗਏ ਸਨ। ਉਹ ਇੰਨੀ ਮਾਸੂਮ ਤੇ ਘੱਟ ਉਮਰ ਦੀ ਕੁੜੀ ਮੇਰੀ ਘਰਵਾਲੀ ਸੀ, ਭਾਵੇਂ ਜਿੱਦਾਂ ਮਰਜੀ, ਪਰ ਉਸ ਨਾਲ ਮੇਰਾ ਵਿਆਹ ਹੋਇਆ ਸੀ। ਮੇਰੇ ਲਈ ਤਾਂ ਜਾਇਜ਼ ਸੀ। ਮੇਰੇ ਦਿਲ ਦੀ ਧੜਕਨ ਤੇਜ਼ ਹੋ ਗਈ ਤੇ ਬੱਦੋ-ਬੱਦੀ ਮੇਰੇ ਆਲੇ ਦੁਆਲੇ ਘੇਰਾ ਜਿਹਾ ਬਣਾ ਲਿਆ ਸੀ ਤੇ ਮੈਂ ਉਸ ਨੂੰ ਚੁੰਮ ਲਿਆ। ਮੇਰਾ ਦਿਲ ਕਹਿਣ ਲੱਗਾ ਕਿ ਰਵੀ ਇਹ ਕੀ ਕਰ ਰਿਹਾ ਹੈ? ਤੂੰ ਆਪਣੇ ਮਕਸਦ ਤੋਂ ਭਟਕ ਰਿਹਾ ਹੈ। ਜੇ ਤੂੰ ਇਸ ਕੁੜੀ ਦੇ ਨਾਲ ਕੁਝ ਕਰ ਦਿੱਤਾ ਤਾਂ ਜ਼ਿੰਦਗੀ ਤੇਰੇ ਲਈ ਇੱਕ ਨਿਸ਼ਾਨਾ ਬਣ ਕੇ ਰਹਿ ਜਾਵੇਗੀ। ਤੂੰ ਆਪਣੀ ਲਾਈਫ, ਆਪਣਾ ਕੈਰੀਅਰ ਸਭ ਕੁਝ ਚੌਪਟ ਕਰ ਦੇਵੇਗਾ। ਨਾਲ ਹੀ ਇਸ ਛੋਟੀ ਬੱਚੀ ਦਾ ਵੀ, ਉਸਦੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਅਜੇ ਉਸਦੀ ਉਮਰ ਹੀ ਕੀ ਹੈ, ਖੇਡਣ ਕੁੱਦਣ ਦੀ ਹੈ। ਆਪਣੇ ਆਪ ਤੇ ਸਬਰ ਕਰ। ਫਟਾਫਟ ਮੈਂ ਦਿਮਾਗ ਦੀ ਸੁਣੀ, ਆਪਣੇ ਦਿਲ ਤੇ ਜਜ਼ਬਾਤਾਂ ਨੂੰ ਕੰਟਰੋਲ ਕਰ ਲਿਆ। ਹੌਲੀ ਜਿਹੀ ਮੈਂ ਗੀਤ ਨੂੰ ਆਪਣੇ ਤੋਂ ਦੂਰ ਕੀਤਾ ਤੇ ਉਸਦੇ ਮੱਥੇ ਤੇ ਕਿਸ ਕੀਤੀ ਤੇ ਕਿਹਾ ਕਿ ਪਲੀਜ਼ ਗੀਤ ਮੈਨੂੰ ਮਾਫ ਕਰ ਦੇ। ਮੈਨੂੰ ਜਾਣਾ ਹੀ ਪੈਣਾ ਹੈ ਤੈਨੂੰ ਇੱਕ ਚੰਗੀ ਜ਼ਿੰਦਗੀ ਦੇਣ ਲਈ, ਆਪਣਾ ਫਿਊਚਰ ਬਣਾਉਣ ਲਈ। ਹਾਂ, ਇੱਥੇ ਰਿਹਾ ਤਾਂ ਬਹੁਤ ਕੁਝ ਗਲਤ ਹੋ ਸਕਦਾ ਹੈ। ਇਹ ਗੱਲ ਮੈਂ ਉਸ ਤੋਂ ਨਜ਼ਰਾਂ ਚੁਰਾ ਕੇ ਕਹਿ ਰਿਹਾ ਸੀ, ਪਰ ਉਹ ਨਾ ਸਮਝ ਸੀ, ਮੇਰੀ ਗੱਲ ਨੂੰ ਸਮਝ ਨਹੀਂ ਸਕੀ। ਮੇਰੇ ਨਾਲ ਗੁੱਸੇ ਹੋਈ ਪਰ ਮੈਂ ਉਸ ਨੂੰ ਮਨਾ ਲਿਆ ਸੀ। ਉੱਥੇ ਜਾਣ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਬਿਜੀ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਮੈਂ ਗੀਤ ਲਈ ਟਾਈਮ ਕੱਢ ਲੈਂਦਾ ਸੀ। ਉੱਥੇ ਪਹੁੰਚਣ ਤੋਂ ਬਾਅਦ ਅਹਿਸਾਸ ਹੋਇਆ ਕਿ ਮੈਨੂੰ ਗੀਤ ਨਾਲ ਕਿੰਨਾ ਪਿਆਰ ਹੋ ਗਿਆ ਸੀ। ਵਾਕਿਆ ਹੀ ਜੋ ਅਹਿਸਾਸ ਤੁਹਾਨੂੰ ਹਰਾਮ ਦੀ ਚੀਜ਼ ਦੇ ਨਾਲ ਨਹੀਂ ਹੁੰਦਾ, ਉਹ ਅਹਿਸਾਸ ਤੁਹਾਨੂੰ ਹਲਾਲ ਦੀ ਚੀਜ਼ ਦੇ ਨਾਲ ਜ਼ਰੂਰ ਹੁੰਦਾ ਹੈ। ਮੈਂ 10 ਸਾਲ ਬਾਅਦ ਆਇਆ ਸੀ ਤੇ ਆਪਣੀ 24 ਸਾਲ ਦੀ ਸੋਹਣੀ ਘਰਵਾਲੀ ਨੂੰ ਦੇਖਿਆ ਤਾਂ ਉਸ ਨੂੰ ਜੋ ਰੂਪ ਚੜ੍ਹਿਆ ਹੋਇਆ ਸੀ ਦੇਖ ਕੇ ਮੈਂ ਤਾਂ ਪਾਗਲ ਹੋ ਗਿਆ। ਇਹ ਸੋਚ ਕੇ ਮੇਰਾ ਦਿਲ ਧੜਕਣ ਲੱਗ ਪਿਆ। ਉਹ ਸੋਹਣੀ ਜਿਹੀ ਕੁੜੀ ਮੇਰੀ ਘਰਵਾਲੀ ਸੀ। ਮੈਂ ਉਸ ਨੂੰ ਹੱਥ ਲਾ ਕੇ ਆਪਣੀਆਂ ਬਾਹਾਂ ਵਿੱਚ ਲੈ ਕੇ ਮਹਿਸੂਸ ਕਰਨਾ ਚਾਹੁੰਦਾ ਸੀ, ਪਰ ਸਾਰਿਆਂ ਦੇ ਸਾਹਮਣੇ ਇੱਦਾਂ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਉਸ ਨੂੰ ਦੇਖ ਕੇ ਹੀ ਗੁਜ਼ਾਰਾ ਕੀਤਾ ਤੇ ਆਪਣੇ ਜਜ਼ਬਾਤਾਂ ਤੇ ਕੰਟਰੋਲ ਕਰ ਲਿਆ। ਮੈਂ ਸਾਰਿਆਂ ਦੇ ਲਈ ਬਹੁਤ ਕੁਝ ਲੈ ਕੇ ਆਇਆ ਸੀ, ਗੀਤ ਲਈ ਵੀ, ਜੋ ਮੈਂ ਉਸ ਨੂੰ ਸਿਰਫ ਕਮਰੇ ਵਿੱਚ ਲਿਜਾ ਕੇ ਹੀ ਦੇਣਾ ਚਾਹੁੰਦਾ ਸੀ। ਮੈਨੂੰ ਦੇਖ ਕੇ ਗੀਤ ਦੇ ਚਿਹਰੇ ਤੇ ਜੋ ਖੁਸ਼ੀ ਸੀ, ਉਸ ਨੂੰ ਦੇਖ ਕੇ ਮੇਰੇ ਦਿਲ ਵਿੱਚ ਵੀ ਸਕੂਨ ਜਿਹਾ ਉਤਰ ਗਿਆ ਸੀ। ਯਾਨੀ ਕਿ ਗੀਤ ਵੀ ਮੈਨੂੰ ਪਿਆਰ ਕਰਦੀ ਸੀ। ਗੀਤ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ। ਉਹ ਮੇਰੇ ਮਾਂ-ਪਿਓ ਦਾ ਧਿਆਨ ਇੱਦਾਂ ਰੱਖਦੀ ਸੀ ਜਿੱਦਾਂ ਉਹ ਮੇਰੇ ਮਾਂ-ਬਾਪ ਨਹੀਂ, ਸਗੋਂ ਉਸਦੇ ਆਪਣੇ ਮਾਂ-ਬਾਪ ਹੋਣ। ਹੁਣ ਮੈਨੂੰ ਆਉਂਦੇ ਹੀ ਮਾਂ ਨੇ ਕਿਹਾ ਕਿ ਗੀਤ ਨੂੰ ਰਸਮ ਨਾਲ ਵਹੁਟੀ ਬਣਾ ਲੈ। ਭਲਾ ਮੈਨੂੰ ਕੀ ਇਤਰਾਜ਼ ਸੀ? ਉਹ ਮੇਰੀ ਘਰ ਵਾਲੀ ਸੀ, ਮੈਨੂੰ ਉਸਦੇ ਨਾਲ ਹੀ ਰਹਿਣਾ ਸੀ। ਇਸ ਲਈ ਮੈਂ ਚੁੱਪ ਕਰਕੇ ਸਿਰ ਝੁਕਾ ਦਿੱਤਾ। 8 ਦਿਨਾਂ ਬਾਅਦ ਪੂਰੇ ਰਸਮੋ ਰਿਵਾਜਾਂ ਨਾਲ ਉਹ ਮੇਰੇ ਕਮਰੇ ਵਿੱਚ ਮੇਰੀ ਵਹੁਟੀ ਬਣ ਕੇ ਬੈਠੀ ਸੀ। ਅੱਜ ਮੈਂ ਦਿਲੋਂ ਗੀਤ ਦਾ ਹੋ ਗਿਆ ਸੀ। ਦੀਪਤੀ ਦਾ ਤਾਂ ਮੇਰੇ ਦਿਲ ਵਿੱਚ ਕੋਈ ਖਿਆਲ ਹੀ ਨਹੀਂ ਸੀ।
ਉਹ ਮੇਰੀ ਘੱਟ ਉਮਰ ਦਾ ਜਜ਼ਬਾਤੀ ਪਿਆਰ ਸੀ, ਜਦੋਂ ਕਿ ਗੀਤ ਹੀ ਹੁਣ ਮੇਰੇ ਲਈ ਸਭ ਕੁਝ ਸੀ। ਮੇਰੀ ਘਰਵਾਲੀ ਸੀ। ਤੇ ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਗੀਤ ਵੀ ਬੇਚੈਨ ਸੀ। ਉਹ ਕਮਰੇ ਵਿੱਚ ਇੱਧਰ ਉੱਧਰ ਘੁੰਮ ਕੇ ਮੇਰਾ ਇੰਤਜ਼ਾਰ ਕਰ ਰਹੀ ਸੀ। ਜਦੋਂ ਮੈਂ ਉਸਦੇ ਕੋਲ ਗਿਆ ਤਾਂ ਮੇਰੇ ਸੀਨੇ ਨਾਲ ਲੱਗ ਗਈ। ਕਹਿਣ ਲੱਗੀ ਕਿ ਰਵੀ, ਮੈਂ ਤੈਨੂੰ ਬਹੁਤ ਯਾਦ ਕੀਤਾ। ਤੇਰੇ ਬਿਨਾਂ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ। ਇੰਨੇ ਸਾਲ ਮੈਂ ਕਿੱਦਾਂ ਗੁਜ਼ਾਰੇ ਮੈਨੂੰ ਹੀ ਪਤਾ ਹੈ। ਤੂੰ ਮੈਨੂੰ ਛੱਡ ਕੇ ਨਾ ਜਾਇਆ ਕਰ। ਮੈਂ ਵੀ ਆਪਣੀ ਪਿਆਰੀ ਜਿਹੀ ਘਰਵਾਲੀ ਨੂੰ ਆਪਣੇ ਸੀਨੇ ਨਾਲ ਲਾ ਲਿਆ। ਮੈਂ ਹੌਲੀ ਜਿਹੀ ਬਾਹਾਂ ਵਿੱਚ ਚੁੱਕ ਕੇ ਉਸ ਨੂੰ ਬੈੱਡ ਤੇ ਲੰਮਾ ਪਾਇਆ। ਮੈਂ ਕਿਹਾ ਸੀ ਕਿ ਗੀਤ, ਹੁਣ ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਊਂਗਾ। ਹੁਣ ਤੂੰ ਹੀ ਮੇਰਾ ਸਭ ਕੁਝ ਹੈ। ਇਹ ਕਹਿੰਦੇ ਕਹਿੰਦੇ ਮੇਰੀਆਂ ਅੱਖਾਂ ਵਿੱਚ ਨਸ਼ਾ ਜਿਹਾ ਛਾਉਣ ਲੱਗ ਪਿਆ। ਮੈਂ ਹੌਲੀ ਹੌਲੀ ਪੂਰੇ ਹੱਕ ਨਾਲ ਸਾਡੇ ਵਿਆਹੇ ਹੋਏ ਰਿਸ਼ਤੇ ਦੀ ਸ਼ੁਰੂਆਤ ਕੀਤੀ। ਮੈਨੂੰ ਯਕੀਨ ਸੀ ਕਿ ਮੇਰੀ ਅੱਗੇ ਆਉਣ ਵਾਲੀ ਜ਼ਿੰਦਗੀ ਗੀਤ ਦੇ ਨਾਲ ਬਹੁਤ ਵਧੀਆ ਲੰਘਣ ਵਾਲੀ ਹੈ।